ਸਾਡੇ ਖੇਤੀਬਾੜੀ ਮੰਤਰੀ ਲੈਣਾ ਪੌਂਪਮ ਨੇ ਜਦੋਂ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਉੱਥੇ ਜਾਨਵਰਾਂ ਦੀ ਮੌਤ ਹੋਈ ਹੈ 6,40,000 ਤੋਂ ਉੱਤੇ ਜਾਨਵਰਾਂ ਦੀ ਮੌਤ ਹੋਈ ਹੈ। ਉਹ ਵੀ ਅਜੇ ਹੁਣ ਦਾ ਡੇਟਾ ਆਇਆ, ਪਰ ਅੱਗੇ ਜਾ ਕੇ ਹੋਰ ਵੀ ਚੀਜ਼ਾਂ ਸਾਹਮਣੇ ਆਉਣੀਆਂ। 4 ਲੱਖ ਤੋਂ ਉੱਪਰ ਤਾਂ ਕੁਕੜੀਆਂ ਹੀ ਸੀਗੀਆਂ। ਕਈਆਂ ਨੇ ਜਿਨ੍ਹਾਂ ਨੇ ਉਹ ਸਫ਼ਰ ਕੀਤਾ ਉਸ ਦਿਨ, ਜਿਹੜਾ 4 ਘੰਟੇ ਦਾ 3 ਘੰਟੇ ਦਾ ਸਫ਼ਰ ਸੀ, ਜਿਨ੍ਹਾਂ ਨੂੰ 12 16 18 ਘੰਟੇ ਲੱਗੇ ਆ, ਕਿਹੜੀਆਂ ਮੁਸ਼ਕਲਾਂ ਵਿੱਚ ਉਹ ਬੀਤੇ ਆ ਆਪਾਂ ਸਮਝ ਨਹੀਂ ਸਕਦੇ। ਜਿੱਦਾਂ ਮੈਰਿਟ ਵਾਲੇ ਕਹਿੰਦੇ ਆ ਵੀ ਜੇ ਉਹ ਪ੍ਰਿੰਸਟਨ ਵਾਲੇ ਵੀ ਜੇ ਆ ਜਿਹੜੀ ਮਿੱਟੀ ਘਰਾਂ 'ਚ ਪਈ ਆ, ਜਿਹੜਾ ਮੱਡ ਪਿਆ ਆ, ਜੇ ਅਸੀਂ ਨਾ ਕੱਢਿਆ ਫਰੀਜ਼ ਹੋਣ ਤੋਂ ਪਹਿਲਾਂ, ਫਿਰ ਇਹਨਾਂ ਵਿੱਚੋਂ ਕੋਈ ਘਰ ਨਹੀਂ ਬਚ ਸਕਦਾ। ਹੁਣ ਹਾਈਵੇ 1-7 ਜਿਹੜਾ ਉਹ ਦੁਬਾਰਾ ਤੋਂ ਖੋਲ੍ਹ ਦਿੱਤਾ ਗਿਆ, ਪਰ ਕੋਕਾਹਲਾ ਹਾਈਵੇ ਨੂੰ ਹਜੇ ਕਹਿੰਦੇ ਆ ਕਿ ਜਨਵਰੀ ਐਂਡ ਤੱਕ ਤੁਸੀਂ ਨਾ ਸੋਚੋ ਕਿ ਖੁੱਲ੍ਹਿਆ ਜਾਊਗਾ। ਕੋਈ ਨਹੀਂ ਕਹਿ ਸਕਦਾ, ਕੋਈ ਵੀ ਸਰਕਾਰ ਤੁਹਾਨੂੰ ਫੁੱਲੀ 100% ਕਰ ਸਕਦੀ ਆ। ਚਾਹੇ ਕਹਿੰਦੇ ਆ ਕਿ 1 ਬਿਲੀਅਨ ਤੋਂ ਜ਼ਿਆਦਾ ਦਾ ਨੁਕਸਾਨ ਹੋ ਸਕਦਾ ਆ, ਚਾਹੇ ਆਉਣ ਵਾਲੇ ਸਮੇਂ ਦੇ ਵਿੱਚ ਡੈਫਿਸਿਟ ਹੋਰ ਵੱਧ ਜਾਵੇ BC ਦੇ। ਬਹੁਤ ਕੁਝ ਮਜਬੂਰੀਆਂ ਆ ਜਾਂਦੀਆਂ। ਆਪਾਂ ਬੱਚਿਆਂ ਨੂੰ ਸਦਾ ਉਹ ਪਹਿਲ ਦੇ ਨਹੀਂ ਸਕਦੇ ਜਿਹੜਾ ਅਸੀਂ ਦੇਣਾ ਚਾਹੁੰਦੇ ਆ। ਕਈ ਬੱਚੇ ਹੈਗੇ ਆ ਜਿਹੜੇ ਗਲਤ ਰਸਤੇ ਵੱਲ ਨੂੰ ਖਿੱਚ ਹੋ ਜਾਂਦੇ ਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਸਵਾਗਤ। ਤੇ ਅੱਜ ਦੀ ਖਾਸ ਮੁਲਾਕਾਤ ਕਰਾਂਗੇ MLA ਜਿਨੀ ਸਿਮਸ ਦੇ ਨਾਲ, ਕਿਉਂਕਿ ਅਸੀਂ ਜਦੋਂ BC ਦੇ ਵਿੱਚ ਰਹਿੰਦੇ ਹਾਂ ਤਾਂ BC ਦੇ ਵਿੱਚ ਹਾਲਾਤ ਡਿਫਰੈਂਟ ਤਰ੍ਹਾਂ ਦੇ ਨਾਲ ਅਸੀਂ ਦੇਖ ਰਹੇ ਹਾਂ ਕਿ ਡਿਫਰੈਂਟ ਤਰੀਕੇ ਦੇ ਮੁਸ਼ਕਿਲ ਹਾਲਾਤ ਬਣੇ ਹੋਏ ਨੇ। ਇੱਕ ਪਾਸੇ ਕੋਵਿਡ ਦਾ ਨਵਾਂ ਵੇਰੀਐਂਟ, ਦੂਜੇ ਪਾਸੇ ਐਬਸਫੋਰਡ ਦੇ ਵਿੱਚ ਜਦੋਂ ਅਸੀਂ ਉੱਧਰ ਮੇਰਠ ਵਾਲੇ ਪਾਸੇ ਦੇਖਦੇ ਹਾਂ, ਉੱਥੇ ਅਸੀਂ ਦੇਖਦੇ ਹਾਂ ਕਿ ਫਲੱਡ ਆਏ ਹੋਏ ਆ ਤੇ ਫਲੱਡ ਦੇ ਨਾਲ ਅਜੇ ਵੀ ਚੇਤਾਵਨੀਆਂ ਜਾਰੀ ਨੇ। ਚਾਹੇ ਅਜੇ ਗੌਰਮੈਂਟ ਵੱਲੋਂ ਕੰਮ ਕੀਤਾ ਜਾ ਰਿਹਾ, ਰੋਡ ਦੀ ਕੰਸਟਰਕਸ਼ਨ ਜਿਹੜੀ ਉਹ ਕੀਤੀ ਜਾ ਰਹੀ ਹੈ, ਪਰ ਫਿਰ ਵੀ ਕਈ ਲੋਕ ਸ਼ੈਲਟਰਸ ਦੇ ਵਿੱਚ ਰਹਿ ਰਹੇ ਨੇ। ਕਮਿਊਨਿਟੀ ਵੀ ਅੱਗੇ ਆ ਕੇ ਸਾਥ ਦੇ ਰਹੀ ਹੈ, ਪਰ ਸਰਕਾਰਾਂ ਵੀ ਸਾਥ ਦੇ ਰਹੀਆਂ ਨੇ। ਕਿਸ ਤਰ੍ਹਾਂ ਦੇ ਨਾਲ ਸਰਕਾਰਾਂ ਸਾਥ ਦੇ ਰਹੀਆਂ ਨੇ, ਇਸ ਬਾਰੇ ਗੱਲਬਾਤ ਕਰਾਂਗੇ। ਇੱਕ ਹੋਰ ਨਵੀਂ ਅਨਾਉਂਸਮੈਂਟ ਆਈ ਹੈ, ਸਕੂਲਾਂ ਦੇ ਲਈ ਅਨਾਉਂਸਮੈਂਟ ਆਈ ਹੈ ਕਿ ਨਵੀਂ ਫੰਡਿੰਗ ਸਕੂਲਾਂ ਨੂੰ ਦਿੱਤੀ ਗਈ ਹੈ ਤਾਂ ਕਿ ਬੱਚਿਆਂ ਦੇ ਲਈ ਪ੍ਰੋਗਰਾਮ ਚਲਾਏ ਜਾ ਸਕਣ। ਕਿਸ ਤਰ੍ਹਾਂ ਦੇ ਪ੍ਰੋਗਰਾਮ ਹੋਣਗੇ ਤਾਂ ਕਿ ਉਹਨਾਂ ਨੂੰ ਗੈਂਗਸ ਤੋਂ ਦੂਰ ਰੱਖਿਆ ਜਾਵੇ, ਉਹ ਕਿਹੜੇ ਪ੍ਰੋਗਰਾਮ ਹੋਣਗੇ, ਕਿਸ ਤਰ੍ਹਾਂ ਦੀ ਫੰਡਿੰਗ ਹੈ, ਇਸ ਬਾਰੇ ਵੀ ਗੱਲਬਾਤ ਕਰਾਂਗੇ। ਹੁਣ ਨਵੀਂ ਰਿਪੋਰਟ ਕੋਰਨਰ ਦੇ ਵੱਲੋਂ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ ਇਲਿਸਿਟ ਡਰੱਗਸ ਦੇ ਮਾਮਲੇ ਦੇ ਵਿੱਚ। ਲਗਾਤਾਰ 20ਵਾਂ ਮਹੀਨਾ BC ਦੇ ਵਿੱਚ ਕਿ 100 ਤੋਂ ਉੱਤੇ ਮੌਤਾਂ ਰਿਪੋਰਟ ਹੋ ਰਹੀਆਂ ਨੇ, ਤੇ ਇਸ ਮਹੀਨੇ ਯਾਨੀ ਕਿ 10ਵੇਂ ਮਹੀਨੇ ਦੀ ਜਿਹੜੀ ਰਿਪੋਰਟ ਆਈ ਹੈ, ਉਸ ਮਹੀਨੇ ਦੇ ਵਿੱਚ ਤਾਂ 201 ਮੌਤਾਂ, ਸਾਰੇ ਰਿਕਾਰਡ ਹੀ ਟੁੱਟ ਗਏ ਨੇ। ਇਸ ਬਾਰੇ ਸਰਕਾਰ ਕੀ ਕਰ ਰਹੀ ਹੈ, ਸਰਕਾਰ ਕਿਹੜੇ ਕਦਮ ਚੁੱਕ ਰਹੀ ਹੈ, ਇਸ ਬਾਰੇ ਵੀ ਗੱਲਬਾਤ ਕਰਾਂਗੇ। ਤੇ ਆਓ ਵੈਲਕਮ ਕਰ ਲੈਂਦੇ ਹਾਂ MLA ਜਿਨੀ ਸਿਮਸ ਦਾ। ਜਿਨੀ, ਵੈਲਕਮ। Thank you, Ashdeep, and nice to see you in person. Nice to see you once again. So ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਵੀ ਪੁੱਛਣਾ ਚਾਹਾਂਗੀ ਕਿ ਜਿਨੀ, ਜਦੋਂ ਅਸੀਂ ਕਹਿੰਦੇ ਹਾਂ ਨਾ ਕਿ BC ਦੇ ਵਿੱਚ ਹੇਟ ਦੀ ਕੋਈ ਸਪੇਸ ਨਹੀਂ ਹੈਗੀ, ਅਸੀਂ ਸਾਰੇ ਪਿਆਰ ਦੇ ਨਾਲ ਰਹਿੰਦੇ ਹਾਂ, ਪਰ ਉਸ ਵਿਚਕਾਰ ਇੱਕ ਵਿਧਾਇਕ ਜਿਹੜੇ ਕੈਟਰੀਨ ਕੌਨਰੋਏ ਆ, ਉਹਨਾਂ ਦੇ ਉੱਤੇ ਹਮਲਾ ਹੋਣਾ ਲੈਜਿਸਲੇਚਰ ਦੇ ਵਿੱਚ, ਉਸ ਨੂੰ ਕਿਵੇਂ ਦੇਖਦੇ ਹੋ? ਦੁੱਖ ਭਰੀ ਗੱਲ ਆ, ਤੇ ਉਮੀਦ ਨਹੀਂ ਸੀਗੀ ਵੀ ਅਸੀਂ ਇਹ ਵੀ ਇੱਥੇ ਦੇਖਾਂਗੇ। ਪਰ ਇਹਦੇ ਨਾਲ ਇਹ ਵੀ ਪਤਾ ਲੱਗ ਜਾਂਦਾ ਵੀ ਕਈ ਲੋਕ ਹੈਗੇ ਆ ਜਿਨ੍ਹਾਂ ਦੇ ਵਿੱਚ ਇੰਨਾ ਗੁੱਸਾ ਹੈਗਾ ਆ, ਪਤਾ ਨਹੀਂ ਕਿੱਥੋਂ ਕੜਵਾਹਟ ਆਈ ਪਈ ਆ, ਵੀ ਉਹਨਾਂ ਨੇ ਉਹ ਪੈਰ ਚੁੱਕ ਲਿਆ ਵੀ ਇੱਕ ਜਨਾਨੀ ਜਿਹੜਾ ਆਪਣਾ ਕੰਮ ਕਰਕੇ ਆਪਣੇ ਅਪਾਰਟਮੈਂਟ ਤੋਂ ਵਾਪਸ ਜਾ ਰਹੀ ਸੀ ਲੈਜਿਸਲੇਚਰ ਦੇ ਕੋਲ, ਤੇ ਵੀ ਉਹਨੂੰ ਧੱਕਾ ਮਾਰਿਆ। ਤੇ ਦੇਖੋ, ਆਪਾਂ ਨੂੰ ਪਤਾ ਜਦੋਂ ਬੰਦਾ ਗਿਰ ਜਾਂਦਾ ਹੈ, ਬਹੁਤ ਸੱਟ ਲੱਗ ਜਾਂਦੀ ਆ। there is no place for hate। ਜੇ ਸਾਡੇ ਵਿੱਚ ਕੋਈ ਡਿਸਐਗਰੀਮੈਂਟ ਹੈਗੀ ਆ ਇਸ਼ੂਜ਼ ਤੇ, ਆਵਾਜ਼ ਨਾਲ ਕਰੋ, ਲਫ਼ਜ਼ ਵਰਤੋ ਤੇ ਡਿਬੇਟ ਕਰੋ। ਪਰ ਜਦੋਂ ਤੁਸੀਂ ਫਿਜ਼ੀਕਲ ਜਾਂ ਵਰਬਲ ਵਾਇਲੈਂਸ ਕਰਦੇ ਆ, ਮੈਂ ਤਾਂ ਹਾਲੇ ਵੀ ਕਹੂੰਗੀ there is no space in my country, in our country for that। ਬਿਲਕੁਲ। ਸੋ ਸਾਰਿਆਂ ਨੇ ਇਹੀ ਕਿਹਾ ਹੈ, ਚਾਹੇ ਪ੍ਰੀਮੀਅਰ ਆ, ਉਹਨਾਂ ਦੇ ਵੱਲੋਂ ਵੀ ਸਟੇਟਮੈਂਟ ਆਈ ਹੈ ਕਿ ਕੋਈ ਪਲੇਸ ਨਹੀਂ ਹੈਗੀ, ਪਰ ਉਹਨਾਂ ਨੇ ਗਵਾਹ ਸਬੂਤ ਵੀ ਮੰਗਿਆ ਕਿ ਜੇ ਕਿਸੇ ਨੇ ਦੇਖਿਆ ਤਾਂ ਜ਼ਰੂਰ ਆ ਕੇ ਦੱਸੋ, ਜਿਹੜਾ ਵੀ ਕੋਈ ਵਿਕਟੋਰੀਆ ਦੇ ਆਸੇ-ਪਾਸੇ ਹੈਗਾ, ਕਿਉਂਕਿ ਬਹੁਤ ਸਾਰੇ ਇੱਕ ਕਿਸੇ ਨੇ ਉਹਨਾਂ ਦੀ ਹੈਲਪ ਵੀ ਕੀਤੀ ਹੈ, ਹਸਪੀਟਲ ਵੀ ਲਿਜਾਣਾ ਕਿ ਪਿਆ, ਪਰ ਦੁਖਦਾਈ ਹੈ। ਹੁਣ ਦੂਜੇ ਪਾਸੇ ਦੁਖਦਾਈ ਘਟਨਾ ਦੀ ਗੱਲ ਕਰ ਰਹੇ ਹੈਗੇ ਆ, ਅਸੀਂ ਐਬਸਫੋਰਡ ਵਾਲੇ ਪਾਸੇ ਦੇਖਿਆ ਹੈ ਕਿ ਕਿਸ ਤਰ੍ਹਾਂ ਦੇ ਨਾਲ ਅਸੀਂ ਫਲੱਡ ਦੇਖੇ ਨੇ। ਫਲੱਡ ਤੋਂ ਬਾਅਦ ਲੋਕ ਸ਼ੈਲਟਰਸ ਦੇ ਵਿੱਚ ਨੇ, ਸ਼ੈਲਟਰਸ ਦੇ ਨਾਲ ਹੁਣ ਡੇਟਾ ਵੀ ਸਾਹਮਣੇ ਆਇਆ। ਸਾਡੇ ਖੇਤੀਬਾੜੀ ਮੰਤਰੀ ਲੈਣਾ ਪੌਂਪਮ ਨੇ ਜਦੋਂ
ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਉੱਥੇ ਜਾਨਵਰਾਂ ਦੀ ਮੌਤ ਹੋਈ ਹੈ। 6,40,000 ਤੋਂ ਉੱਤੇ ਜਾਨਵਰਾਂ ਦੀ ਮੌਤ ਹੋਈ ਹੈ। ਉਹ ਵੀ ਅਜੇ ਹੁਣ ਦਾ ਡੇਟਾ ਆਇਆ, ਪਰ ਅੱਗੇ ਜਾ ਕੇ ਹੋਰ ਵੀ ਚੀਜ਼ਾਂ ਸਾਹਮਣੇ ਆਉਣੀਆਂ ਤੇ 5 ਮੌਤਾਂ ਇਨਸਾਨਾਂ ਦੀਆਂ ਮੌਤਾਂ ਰਿਪੋਰਟ ਹੋਣੀਆਂ। ਬੜਾ ਦੁਖਦਾਈ ਹੈ। ਸਰਕਾਰ ਇਸ ਸਭ ਨੂੰ ਲੈ ਕੇ ਕਿਸ ਤਰ੍ਹਾਂ ਦੇ ਕਦਮ ਚੁੱਕ ਰਹੀ ਹੈ? ਦੇਖੋ, ਜਿਹੜੇ ਕੁਦਰਤ ਦੇ ਜਿੱਦਾਂ ਕਹਿੰਦੇ ਹੁੰਦੇ ਆ ਵੀ ਹਮਲਾ ਹੀ ਸਮਝ ਲਓ, ਆਪਾਂ ਦੇਖੀਆਂ ਆ, ਮੁਸ਼ਕਲਾਂ ਦੇਖੀਆਂ ਆ। ਪਹਿਲਾਂ ਆਪਣੇ ਵੀ ਕੋਵਿਡ ਤੋਂ ਪਹਿਲਾਂ ਵੀ ਵੀ ਹੈਡ ਅ ਵੈਰੀ ਬੈਡ ਫਾਇਰ ਸੀਜ਼ਨ, ਅੱਗਾਂ ਬਹੁਤ ਲੱਗੀਆਂ ਸੀਗੀਆਂ। ਫਿਰ ਕੋਵਿਡ ਆ ਗਿਆ, ਕੋਵਿਡ ਦੇ ਵਿੱਚ ਫਿਰ ਫਾਇਰ ਸੀਜ਼ਨ ਆ ਗਿਆ। ਫਿਰ ਆਪਣੇ ਕੋਲ ਜਿਹੜੀ ਹੀਟ ਡੋਮ ਸੀਗੀ ਉਹਦੇ ਵਿੱਚ ਵੀ ਮੌਤਾਂ ਹੋਈਆਂ ਨਾ, ਹੀਟ ਡੋਮ ਆ ਗਈ। ਤੇ ਹੁਣ ਜਿਹੜਾ ਪਹਿਲੀ ਵਾਰੀ ਮੈਂ ਦੇਖਿਆ ਹੈ ਕੈਨੇਡਾ ਦੇ ਵਿੱਚ, ਮੈਨੂੰ ਇੱਥੇ 75 ਦੀ ਆਈ ਹਾਂ, ਪਹਿਲੀ ਵਾਰੀ ਐਸੇ ਹੜ੍ਹ ਜਿਨ੍ਹਾਂ ਨੇ ਘਰ, ਦਰਖਤ, ਰੇਲਵੇ ਲਾਈਨਸ, ਸਾਡੇ ਹਾਈਵੇਜ਼, ਸਾਡੇ ਸਮੋਲਰ ਰੋਡਸ, ਬਹੁਤ ਕੁਛ ਨੂੰ ਉਡਾ ਦਿੱਤਾ। ਤੇ ਲੈਂਡਸਲਾਈਡਸ ਦੇ ਨਾਲ ਮੌਤਾਂ ਵੀ ਗਈਆਂ। ਪਰ ਕਈਆਂ ਨੇ ਜਿਨ੍ਹਾਂ ਨੇ ਉਹ ਸਫ਼ਰ ਕੀਤਾ ਉਸ ਦਿਨ, ਜਿਹੜਾ 4 ਘੰਟੇ ਦਾ 3 ਘੰਟੇ ਦਾ ਸਫ਼ਰ ਸੀ, ਜਿਨ੍ਹਾਂ ਨੂੰ 12 16 18 ਘੰਟੇ ਲੱਗੇ ਆ, ਕਿਹੜੀਆਂ ਮੁਸ਼ਕਲਾਂ ਵਿੱਚ ਉਹ ਬੀਤੇ ਆ ਆਪਾਂ ਸਮਝ ਨਹੀਂ ਸਕਦੇ। ਇੱਕ ਜਿਨ੍ਹਾਂ ਨੇ ਵੀ ਆਪਣਾ ਕੋਈ ਭੈਣ ਭਰਾ, ਬੇਟਾ ਬੇਟੀ, ਰਿਸ਼ਤੇਦਾਰ ਗਵਾਇਆ ਆ, ਜਿਨ੍ਹਾਂ ਦੀਆਂ ਮੌਤਾਂ ਹੋਈਆਂ ਆ, ਉਹਨਾਂ ਨੇ ਵਾਪਸ ਨਹੀਂ ਆਉਣਾ। ਬਟ ਇਹ ਜਿਹੜੇ ਨੈਚੁਰਲ ਡਿਜ਼ਾਸਟਰਸ ਆ ਨਾ, ਇਹਨਾਂ ਦਾ ਬਹੁਤ ਹੀ ਵੱਡਾ ਅਸਰ ਪੈ ਰਿਹਾ ਆ। ਸਿਰਫ ਸਾਡੇ ਨਹੀਂ, ਇਹ ਜਿਹੜੀ ਕਲਾਈਮੇਟ ਚੇਂਜ ਆ, ਇਟਸ ਵਰਲਡ ਵਾਈਡ। ਅਸੀਂ ਜਿਸ ਤਰੀਕੇ ਨਾਲ ਤੁਸੀਂ ਕਿਹਾ ਵੀ 6.5 ਲੱਖ ਤੋਂ ਉੱਪਰ ਜਾਨਵਰ ਮਰੇ, 4 ਲੱਖ ਤੋਂ ਉੱਪਰ ਤਾਂ ਕੁੱਕੜੀਆਂ ਹੀ ਸੀਗੀਆਂ, ਲਿਟਲ ਚੈਕਸ। ਤੇ ਵਿੱਚ ਕਾਫੀ ਸੂਰ ਵੀ ਸੀ, ਗਾਈਆਂ ਵੀ ਸੀਗੀਆਂ। ਮੈਂ ਤਾਂ ਸਦਾ ਹੀ ਯਾਦ ਰੱਖੂੰਗੀ, ਜਦੋਂ ਆਪਾਂ ਟੀਵੀ ਦੇਖਦੇ ਸੀ ਆ ਕੁਛ ਹੋ ਰਿਹਾ ਸੀਗਾ, ਪਾਣੀ ਇੱਦਾਂ ਵਹਾਅ ਰਿਹਾ ਸੀਗਾ, ਉੱਥੇ ਵੀ ਜਿੱਦਾਂ ਵੀ ਰਿਵਰ ਹੁੰਦਾ ਆ ਨਾ, ਉਹਦੇ ਵਿੱਚ ਇੱਕ ਗਾਂ ਸੀਗੀ, ਸਰ ਨੂੰ ਤਾਂ ਕਰਕੇ ਤੇ ਫਾਰਮਰ ਆਪ ਆਪਣੀ ਜਾਨ ਖਤਰੇ 'ਚ ਪਾ ਕੇ ਉਸ ਗਾਂ ਨੂੰ ਬਾਹਰ ਕੱਢ ਰਿਹਾ ਸੀਗਾ। ਸੋ ਬਹੁਤ ਹੀ ਮੁਸ਼ਕਲਾਂ ਹੋਈਆਂ ਆ। ਜਿਹੜੇ ਡੇਅਰੀ ਫਾਰਮਰਸ ਆ, ਉਹਨਾਂ ਦਾ ਵੀ ਨੁਕਸਾਨ ਹੋਇਆ ਆ ਕਰਕੇ, ਪਰ ਉਹਨਾਂ ਦੇ ਨੁਕਸਾਨ ਦਾ ਆਪਾਂ ਹਾਲੇ ਕਹਿ ਨਹੀਂ ਸਕਦੇ ਵੀ ਕਿੰਨਾ ਹੋਇਆ, ਕਿਉਂਕਿ ਜਿਹੜੀ ਬੈਰੀ ਸੀਜ਼ਨ ਤਾਂ ਖਤਮ ਹੋ ਗਿਆ ਸੀ। ਬੈਰੀ ਉਹਨਾਂ ਨੇ ਵੇਚ ਦਿੱਤੀ ਸੀ, ਜਾਂ ਫਰੀਜ਼ 'ਚ ਰੱਖੀ ਹੋਊਗੀ, ਜਾਂ ਵੇਅਰ ਹਾਊਸਿਸ ਵਿੱਚ ਰੱਖੀ ਹੋਊਗੀ। ਪਰ ਉਹ ਜਿਹੜੇ ਪੌਦੇ ਹੁੰਦੇ ਜਿਨ੍ਹਾਂ ਦੇ ਉੱਪਰ ਬੈਰੀ ਲੱਗਦੀ ਆ, ਜਿਹੜੀ ਬੈਰੀ ਲੱਗਣ ਦੀ ਆਪਾਂ ਤਿਆਰੀਆਂ ਕਰੀ ਦੀਆਂ, ਉਹਨਾਂ ਦੇ ਵਿੱਚ ਉਹਨਾਂ ਨੇ ਮੁਸ਼ਕਲਾਂ ਦੇਖਣੀਆਂ। ਪਰ ਸਪਰਿੰਗ ਟਾਈਮ ਨੂੰ ਕਹਿੰਦੇ ਪਤਾ ਲੱਗੂਗਾ ਵੀ ਪੱਕਾ ਵੀ ਕਿੰਨੇ ਪੌਦੇ, ਕਿੰਨੇ ਨੁਕਸਾਨ ਹੋਇਆ ਆ। ਜਿਹੜੇ ਵੀ ਐਗਰੀਕਲਚਰ, ਜਿਹਨਾਂ ਚੀਜ਼ਾਂ ਨੂੰ ਅਸੀਂ ਧਰਤੀ ਵਿੱਚੋਂ ਉਗਾਈਦਾ ਆ, ਸਿਰਫ ਉਹਨਾਂ ਦਾ ਨਹੀਂ, ਹੋਰ ਕਈ ਚੀਜ਼ਾਂ ਦਾ। ਦੇਖੋ, ਸਭ ਤੋਂ ਪਹਿਲਾਂ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਆ ਟੂ ਗੈਟ ਦ ਹੈਲਪ ਇਨ ਦ ਐਸ ਫਾਸਟ ਐਸ ਦੇ ਕੈਨ। ਮਿਲਟਰੀ ਵੀ ਮੋਬਿਲਾਈਜ਼ ਕੀਤੀ ਗਈ ਸੀਗੀ। ਅਸੀਂ ਫੈਡਰਲ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ, ਉਹਨਾਂ ਨੇ ਭੇਜ ਦਿੱਤਾ ਸੀਗਾ। ਸਰਕਾਰ ਨੇ ਵੀ ਪਹਿਲੇ ਦਿਨ ਹੀ, ਜਦੋਂ ਹੋਪ ਕੱਟ ਆਫ ਹੋ ਗਿਆ ਸੀਗਾ, ਮਿਲਟਰੀ ਹੈਲੀਕਾਪਟਰ ਉੱਥੇ ਫੂਡ ਖਾਣਾ ਛੱਡ ਕੇ ਆਏ, ਤੇ ਬਾਕੀ ਸਮਾਨ ਦੀ ਜਿਹੜੀਆਂ ਜ਼ਰੂਰਤਾਂ ਹੁੰਦੀਆਂ ਸੀਗੀਆਂ। ਤੇ ਕਮਿਊਨਿਟੀ ਨੇ ਵੀ ਬਹੁਤ ਸਾਥ ਦਿੱਤਾ, ਸਿਰਫ BC ਦੇ ਵਿੱਚ ਨਹੀਂ, ਅਕ੍ਰੋਸ ਕੈਨੇਡਾ। ਲੈਂਗਲੀ ਫਲਾਈਂਗ ਕਲੱਬ, ਉੱਥੋਂ ਉਹ ਦੇਖ ਲਓ ਹੈਲੀਕਾਪਟਰ ਲੈ ਕੇ ਜਾਂਦੇ ਆ, ਹੋਰ ਲੋਕ ਦਾਨ ਕਰਦੇ ਆ, ਜਿਹੜਾ ਉਹ ਫਿਊਲ ਵਰਤਦੇ ਆ। ਤੇ ਕਮਿਊਨਿਟੀ ਵਿੱਚ ਵੀ ਇੱਕ ਰੇਡੀਓ ਸਟੇਸ਼ਨ ਨੇ, ਰੈਡ FM ਨੇ $1 ਮਿਲੀਅਨ ਆਲਮੋਸਟ ਕਲੈਕਟ ਕੀਤਾ ਇੱਕ ਦਿਨ ਦੇ ਵਿੱਚ। ਤੇ ਕਮਿਊਨਿਟੀ ਨੇ ਵੀ ਬਹੁਤ ਦਾਨ ਦਿੱਤਾ ਆ। ਜਿਹੜਾ ਦਾਨ ਦੁਨੀਆ ਕੋਲੋਂ ਗਿਆ ਹੈ, ਇਕੱਲੇ ਇੰਡੀਵਿਜੂਅਲ ਤੋਂ, ਅਕ੍ਰੋਸ ਕੈਨੇਡਾ ਤੋਂ, ਹੁਣ 10 ਮਿਲੀਅਨ ਤੋਂ ਉੱਪਰ ਟੱਪ ਗਿਆ ਆ। ਐਂਡ ਫੈਡਰਲ ਸਰਕਾਰ ਵੀ ਉਹਨੂੰ ਮੈਚ ਕਰਦੀ ਆ, ਤੇ ਪ੍ਰੋਵਿੰਸ਼ੀਅਲ ਸਰਕਾਰ ਵੀ। ਇੱਕ ਸਰਕਾਰ ਨੇ ਫੰਡ ਅਨਾਊਂਸ ਕੀਤਾ ਆ, ਜਿਹਦੇ ਵਿੱਚੋਂ ਵੀ ਹੁਣ ਰੀਬਿਲਡਿੰਗ ਸ਼ੁਰੂ ਹੋਣ ਲੱਗ ਜਾਊਗੀ। ਐਂਡ ਵੀ ਨੋ ਵੀ ਹੈਵ ਟੂ ਡੂ ਦੈਟ। ਬਟ ਪਹਿਲਾ ਕੰਮ ਹੁੰਦਾ ਆ ਹਾਊ ਵੀ ਤੁਸੀਂ ਲੋਕਾਂ ਨੂੰ ਆਪਣੇ ਘਰ ਵਿੱਚ ਵਾਪਸ ਕਿੱਦਾਂ ਭੇਜਣਾ ਆ। ਕਈ ਘਰਾਂ ਦਾ ਇੰਨਾ ਨੁਕਸਾਨ ਹੋ ਗਿਆ, ਉਹ ਘਰਾਂ ਵਿੱਚ ਮੁੜ ਕੇ ਜਾ ਹੀ ਨਹੀਂ ਹੋਣਾ। ਜੇ ਜਾ ਵੀ ਹੋ ਗਿਆ ਵੀ, ਇਹ ਨਹੀਂ ਵੀ 1-2 ਮਹੀਨੇ ਦਾ ਕੰਮ ਹੈਗਾ ਆ। ਮੈਰਿਟ ਵਿੱਚ ਤੁਸੀਂ ਦੇਖੋ, ਜਿੱਥੇ there was a sewage and water issue there as well, ਉੱਥੇ ਵੀ ਹਾਲੇ ਬਹੁਤ ਚਿਰ ਲੱਗ ਜਾਣਾ ਆ। ਸੋ ਅਸੈਸਮੈਂਟ ਹੋ ਰਹੀ ਆ ਥਾਂ ਥਾਂ। ਮੇਅਰ ਦਾ ਮੈਂ ਬਹੁਤ ਧੰਨਵਾਦ ਕਰਦੀ ਹਾਂ, ਐਬਟਸਫੋਰਡ ਮੇਅਰ, ਹੀ ਵਾਜ਼ ਵੈਰੀ ਸਟਰੋਂਗ, ਬਟ ਸੱਚ ਦੱਸਦਾ ਰਿਹਾ ਲੋਕਾਂ ਨੂੰ। ਇਹ ਵੀ ਦੱਸਦਾ ਰਿਹਾ ਵੀ ਕਿੰਨੀ ਹੈਲਪ ਉਹਨੂੰ ਮਿਲੀ ਆ ਪ੍ਰੋਵਿੰਸ਼ੀਅਲ ਸਰਕਾਰ ਤੋਂ। ਨਾਲੋਂ ਨਾਲ ਰੋਜ਼ ਦੱਸਦਾ ਸੀ ਵੀ ਅਸੀਂ ਜਿਹੜੀ ਵੀ ਚੀਜ਼ ਮੰਗੀ ਦੀ ਆ ਸਾਨੂੰ ਮਿਲਦੀ ਆ ਜੀ। ਹੋਰ ਜਿਹੜੇ ਲੋਕਾਂ ਨੂੰ ਰੀਲੋਕੇਸ਼ਨ ਹੋਣਾ ਪਿਆ, ਕਈ ਤਾਂ ਪਰਿਵਾਰਾਂ ਕੋਲ ਚਲ ਗਏ, ਕਈ
ਬਾਹਰ ਹਾਲੇ ਰਹਿੰਦੇ, ਕਈ ਹੋਟਲਾਂ 'ਚ ਆ, ਕਈ ਹਾਲੇ ਆਪਣੇ ਹੋਲਸ ਦੇ ਵਿੱਚ ਹੈਗੇ ਆ। ਜੀ ਉਹ ਤਾਂ ਕੰਮ ਹੋ ਹੀ ਜਾਣਾ ਆ। ਉਹਨਾਂ ਲਈ ਖਾਣਾ, ਉਹਨਾਂ ਬਾਕੀ ਸਾਰੇ ਪ੍ਰਬੰਧ ਸਰਕਾਰ ਵੀ ਕਰ ਰਹੀ ਆ, ਪਰ ਵੋਲੰਟੀਅਰਸ ਵੀ ਬਹੁਤ ਕਰ ਰਹੇ ਆ। ਇਹਨਾਂ ਕੰਮਾਂ 'ਚ ਸਾਡੀ ਕਮਿਊਨਿਟੀ ਬਹੁਤ ਹੀ ਦਿਆਲੂ ਹੈਗੀ ਆ, ਬਹੁਤ ਕੀਤਾ ਉਹਨਾਂ ਨੇ। ਤੇ ਹੁਣ ਹਰੇਕ ਪਰਿਵਾਰ ਜਿਹੜਾ ਇੰਪੈਕਟਡ ਹੈਗਾ ਉਹਨੂੰ $2,000 ਵੀ ਇੱਕਦਮ ਵੀ ਉਹਨਾਂ ਦੀਆਂ ਐਕਸਟਰਾ ਜ਼ਰੂਰਤਾਂ ਵੀ ਹੁੰਦੀਆਂ ਆ, ਉਹਨਾਂ ਦੇ ਲਈ ਵੀ ਆ। ਹਾਲੇ ਫੈਡਰਲ ਸਰਕਾਰ ਨਾਲ ਵੀ ਗੱਲਬਾਤ ਹੋ ਰਹੀ ਆ, ਉਹ ਵੀ ਕੰਮ ਸ਼ੁਰੂ ਹੋ ਗਿਆ ਆ ਵੀ ਹਾਊ ਟੂ ਮੂਵ ਫੋਰਵਰਡ। ਇਹ ਸਰਕਾਰ ਨੇ ਨਹੀਂ ਕਰਨਾ, ਇਹ ਫਾਰਮਰਸ ਤੇ ਕਮਿਊਨਿਟੀਜ਼ ਨੇ ਨਾਲ ਰਲ ਮਿਲ ਕੇ ਕਰਨਾ ਆ। ਗੱਲਬਾਤ ਹੋ ਰਹੀ ਆ ਅਮਰੀਕਾ ਦੇ ਨਾਲ ਵੀ ਉਹਨਾਂ ਦਾ ਰਿਵਰ ਜਿਹੜਾ ਓਵਰਫਲੋ ਹੋਇਆ ਸੀਗਾ, ਜਿਹਨੇ ਆਬਟਸ ਵਿੱਚ ਇੰਨਾ ਨੁਕਸਾਨ ਕੀਤਾ, ਅਮਰੀਕਨ ਰਿਵਰ ਸੀਗਾ। ਆਪਾਂ ਤਾਂ ਹੁਣ ਡਾਈਕ ਤਾਂ ਉਹਨੂੰ ਉੱਚਾ ਕਰ ਦਿੱਤਾ ਆ, ਪਰ ਉਸ ਰਿਵਰ ਨੂੰ ਕਿੱਦਾਂ ਮਜ਼ਬੂਤ ਕਰਨਾ ਉਧਰਲੇ ਪਾਸੇ ਵੀ ਫਿਰ ਆਪਾਂ ਨੂੰ ਨਾ ਇਹ ਛੇਤੀ ਦੇਖਣਾ ਪਵੇ। ਇੱਕ ਗੱਲ ਇਹ ਵੀ ਹੈਗੀ ਆ ਵੀ ਹੁਣ ਮੀਟਿੰਗਸ ਹੋ ਰਹੀਆਂ ਆ ਵਿਦ ਦ ਮਿਨਿਸਟਰ, ਵਿਦ ਮਿਨਿਸਟਰੀ ਸਟਾਫ ਇਜ਼ ਵਰਕਿੰਗ ਨਾਈਟ ਐਂਡ ਡੇ, emergency staff as well as the Minister of Agriculture। ਮੈਨੂੰ ਪਤਾ ਵੀ ਆਪਾਂ ਨੂੰ ਇਹਨੂੰ ਵਧੀਆ ਮਿਨਿਸਟਰ ਆਫ ਐਗਰੀਕਲਚਰ ਨਹੀਂ ਮਿਲ ਸਕਦਾ। ਉਹ ਵਿਚਾਰੀ ਤਾਂ ਜਦੋਂ ਸੁਣਦੀ ਆ ਵੀ ਕਿੰਨਾ ਨੁਕਸਾਨ ਹੋ ਗਿਆ ਤੇ ਰੋਣ ਲੱਗ ਪਈ ਜਦੋਂ ਸਾਨੂੰ ਦੱਸਦੀ ਸੀਗੀ ਵੀ ਇੰਨੇ ਜਾਨਵਰ ਮਰ ਗਏ ਆ। ਤੇ ਫਾਰਮਰਸ ਦਾ ਜਿਨ੍ਹਾਂ ਦੇ ਨਾਲ ਮੇਰੀ ਗੱਲ ਹੋਈ ਆ, ਉਹ ਕਹਿੰਦੇ ਵੀ ਅਸੀਂ ਮਿਨਿਸਟਰ ਦਾ ਬਹੁਤ ਧੰਨਵਾਦ ਕਰਦੇ ਆ ਕਰਕੇ, ਜਾਂ ਮਿਨਿਸਟਰ ਦਾ ਸਟਾਫ ਸਾਡੇ ਨਾਲ ਡੇਲੀ ਕੰਟੈਕਟ ਰਹਿੰਦੀ ਆ, ਹਰ ਇੱਕ ਫਾਰਮਰ ਦੇ ਨਾਲ ਨਹੀਂ, ਉਹਨਾਂ ਦੇ ਰੈਪਰੈਜ਼ੈਂਟੇਟਿਵਸ ਦੇ ਨਾਲ। ਹੁਣ ਹਰੇਕ ਤਰੀਕੇ ਤੋਂ ਕੰਮ ਹੋ ਰਿਹਾ ਆ। ਉਧਰੋਂ ਸੜਕਾਂ ਵੀ ਖੋਲ੍ਹਣੀਆਂ ਸੀਗੀਆਂ, ਉੱਥੇ ਵੀ ਰਾਤ ਦਿਨ ਕੰਮ ਕਰਕੇ, ਦੈਟਸ ਹੈਪਨਿੰਗ ਸਲੋਲੀ। ਪਰ ਜੇ ਆਪਾਂ ਸੋਚੀਏ ਸੜਕਾਂ ਪਹਿਲੀ ਵਰਗੀਆਂ ਹੋ ਜਾਣੀਆਂ ਆ ਆਉਂਦੇ 2-3 ਮਹੀਨਿਆਂ ਵਿੱਚ, ਉਮੀਦ ਸਮਰ ਤੱਕ ਹੀ ਹੋਣਗੀਆਂ ਜੀ। ਤੇ ਇੱਕ ਹੁਣ ਡਰ ਹੈਗਾ ਵੀ ਜੇ ਸਨੋ ਆ ਗਈ ਤੇ ਸਭ ਕੁਝ ਜੰਮ ਗਿਆ, ਜਿੱਦਾਂ ਮੈਰਿਟ ਵਾਲੇ ਕਹਿੰਦੇ ਆ ਵੀ ਜੇ ਉਹ ਪ੍ਰਿੰਸਟਨ ਵਾਲੇ ਵੀ ਜੇ ਆ ਜਿਹੜੀ ਮਿੱਟੀ ਘਰਾਂ 'ਚ ਪਈ ਆ, ਜਿਹੜਾ ਮੱਡ ਪਿਆ ਆ, ਜੇ ਅਸੀਂ ਨਾ ਕੱਢਿਆ ਫਰੀਜ਼ ਹੋਣ ਤੋਂ ਪਹਿਲਾਂ, ਫਿਰ ਇਹਨਾਂ ਵਿੱਚੋਂ ਕੋਈ ਘਰ ਨਹੀਂ ਬਚ ਸਕਦਾ, ਕਿਉਂ ਕਰਕੇ ਜਦ ਤੱਕ ਤਾਂ ਘਰਾਂ ਦਾ ਬਹੁਤ ਨੁਕਸਾਨ ਹੋ ਜਾਣਾ। ਸੋ ਇਸ ਕਰਕੇ ਟੌਪ ਪ੍ਰਾਇਓਰਿਟੀ ਇਸ ਵਕਤ ਹੋ ਰਹੀ ਆ ਵੀ ਕਿਸ ਤਰ੍ਹਾਂ ਪਹਿਲਾਂ ਰਿਵਰ ਨੂੰ ਮਜ਼ਬੂਤ ਕੀਤਾ ਗਿਆ, ਡਾਈਕ as being built even higher। ਹੁਣ ਜਿਹੜੀ ਮਿਲਟਰੀ ਉਹ ਵੀ ਹੈਗੀ ਆ, ਉਹ ਵੀ how do we clean up the homes to the point that we can start the rebuild. Rebuilding is going to take time. Yes, of course. First priority is to open up the supply chain. ਪਹਿਲਾਂ supply chain, alternate supply chain ਕੀਤੀ ਸੀਗੀ ਵੀ ਜਿਹੜਾ ਖਾਣਾ ਪੀਣਾ north ਲਈ ਆ, through Alberta, through the north, to us, through the US। ਹੁਣ highway 3 ਕਰਕੇ ਹੁਣ ਥੋੜਾ ਆਪਣੇ ਲਈ ਵੀ ਉਧਰੋਂ ਵੀ ਖੁੱਲ੍ਹ ਹੋ ਜਾਣਾ ਆ from east to west। ਪਰ ਹਾਲੇ ਬਹੁਤ ਕੁਝ ਕਰਨ ਵਾਲਾ ਆ। ਇਹ ਤਾਂ ਜੇ Minister of Transportation, Minister of Agriculture, and our Attorney General and our Solicitor General, ਉਹ ਨਾਲ ਦੀਆਂ ਮਿਨਿਸਟਰੀਆਂ ਤਾਂ ਇੱਦਾਂ ਕੰਮ ਕਰ ਰਹੀਆਂ ਆ। ਤੇ ਇੱਕ ਮੈਨੂੰ ਗਰਵ ਹੈਗਾ ਹੈ ਵੀ ਸਰਕਾਰ ਨੇ ਬਹੁਤ ਜਲਦੀ ਦੇ ਨਾਲ ਐਕਸ਼ਨ ਲਈ। ਐਂਡ ਕਈ ਲੋਕਾਂ ਨੇ ਉਦੋਂ ਕਿਹਾ ਸੀ ਐਮਰਜੈਂਸੀ ਪਹਿਲੇ ਦਿਨ ਨਹੀਂ, ਕਦੇ ਨਹੀਂ ਡਿਕਲੇਅਰ ਕੀਤੀ। ਜੋ ਕੁਛ ਵੀ ਐਮਰਜੈਂਸੀ ਦੇ ਥੱਲੇ ਹੋਣਾ ਸੀ ਉਹ ਕੀਤਾ ਗਿਆ ਸੀ, ਕੁਛ ਛੱਡਿਆ ਨਹੀਂ ਸੀ ਵੀ ਨਹੀਂ ਕੀਤਾ। So everything was being done, and everything we will continue to do. As our Premier says, even though he is on medical leave, he has been out in the media and he tells us at caucus meetings as well, we are going to have the farmers back and make sure that we help to rebuild. ਸਰਕਾਰਾਂ ਦੇ ਨਾਲ ਸਾਡਾ ਕਮਿਊਨਿਟੀ ਹੋਣ ਦੇ ਨਾਤੇ ਵੀ ਫਰਜ਼ ਹੈਗਾ ਕਿ ਸਰਕਾਰ ਕਿਸਾਨਾਂ ਦੇ ਨਾਲ, ਫਾਰਮਰਸ ਦੇ ਨਾਲ ਖੜੇ, ਜਿਹੜੇ ਇਫੈਕਟਡ ਹੋਏ ਨੇ ਉਹਨਾਂ ਹੜ੍ਹਾਂ ਦੇ ਵਿੱਚ, ਜਿਹੜੇ ਉਸ ਟਾਈਮ ਆਏ ਸੀ, ਅੱਜ ਵੀ ਇਫੈਕਟ ਨੇ, ਅਜੇ ਵੀ ਲੋਕ ਘਰਾਂ ਦੇ ਵਿੱਚ ਨਹੀਂ ਵਾਪਸ ਪਰਤ ਪਾਏ। ਜਿਵੇਂ ਤੁਸੀਂ ਦੱਸਿਆ ਕਿ ਸਪਲਾਈ ਚੇਨ ਜਿਹੜੀ ਆ ਉਹ ਨਾਰਮਲ ਹੋਣ ਲੱਗੀ ਆ। ਹੁਣ ਹਾਈਵੇ 1-7 ਜਿਹੜਾ ਉਹ ਦੁਬਾਰਾ ਤੋਂ ਖੋਲ੍ਹ ਦਿੱਤਾ ਗਿਆ, ਪਰ ਕੋਕਾਹਲਾ ਹਾਈਵੇ ਨੂੰ ਹਜੇ ਕਹਿੰਦੇ ਆ ਕਿ ਜਨਵਰੀ ਐਂਡ ਤੱਕ ਤੁਸੀਂ ਨਾ ਸੋਚੋ ਕਿ ਖੁੱਲ੍ਹਿਆ ਜਾਊਗਾ। ਪਰ ਇਹ ਹੈ ਕਿ ਹੌਲੀ ਹੌਲੀ, ਜਿਵੇਂ ਤੁਸੀਂ ਕਿਹਾ ਕਿ ਜਿਹੜੀ ਟੌਪ ਪ੍ਰਾਇਓਰਿਟੀ ਆ ਉਹ ਚੀਜ਼ਾਂ ਹੋ ਰਹੀਆਂ ਨੇ। ਹੁਣ ਫਾਰਮਰਸ ਦਾ ਤੁਸੀਂ ਕਿਹਾ ਕਿ ਅਸੀਂ ਬੈਕ ਬਣ ਕੇ ਉਹਨਾਂ ਦੇ ਨਾਲ ਖੜੇ ਹੈਗੇ ਆ, ਅਸੀਂ ਜੋ ਵੀ ਉਹਨਾਂ ਨੂੰ ਲੋੜ ਹੈਗੀ ਆ ਚਾਹੀਦੀ ਹੈ। ਪਰ ਕਈ ਫਾਰਮਰਸ ਇਹ ਕਹਿ ਰਹੇ ਨੇ ਕਿ ਜਦੋਂ ਐਪਲੀਕੇਸ਼ਨ ਪ੍ਰੋਸੈਸ ਹੋਵੇ, ਕਿਉਂਕਿ ਪਹਿਲੇ ਦਿਨ ਫਾਰਮਰਸ ਦੇ ਲਈ ਜਦੋਂ ਵੀ ਐਪਲੀਕੇਸ਼ਨਸ ਕਹੀਆਂ ਗਈਆਂ ਸੀ, ਘੱਟ ਤੋਂ ਘੱਟ ਉਹ ਕਹਿੰਦੇ ਜਿੰਨੀ ਵੀ ਤੁਹਾਡੇ ਕੋਲੇ ਇਨਫੋਰਮੇਸ਼ਨ ਹੈਗੀ ਆ ਉਸ ਦੇ ਬੇਸ ਤੇ ਤੁਸੀਂ $2,000 ਕਲੇਮ ਕਰ ਸਕਦੇ ਆ, ਜਾਂ ਤੁਸੀਂ ਕਲੇਮ ਲੈ ਸਕਦੇ। ਪਰਿਵਾਰ ਲਈ ਸੀ, ਪਰਿਵਾਰਾਂ ਦੇ ਲਈ ਸੀ। ਪਰ ਜੇ ਫਾਰਮਰਸ ਦੇ ਲਈ ਆ, ਉਹ ਕਹਿੰਦੇ ਕਿ ਘੱਟ ਤੋਂ ਘੱਟ ਐਪਲੀਕੇਸ਼ਨਸ ਜਿਹੜੀਆਂ ਨੇ ਹੋਣ, ਘੱਟ ਤੋਂ ਘੱਟ ਰਿਕੁਆਇਰਮੈਂਟਸ ਹੋਣ, ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਹੈਲਪ ਕੀਤੀ ਜਾਊਗੀ ਰਿਕੁਆਇਰਮੈਂਟਸ ਨੂੰ ਲੈ ਕੇ। ਦੇਖੋ ਇਸ ਵਕਤ
ਦ ਫੋਕਸ ਸਾਰੀ ਫੋਕਸ ਹੈਗੀ ਆ ਹਾਊ ਟੂ ਹੈਲਪ ਦ ਫਾਰਮਰਸ। ਹਰੇਕ ਚਾਹੁੰਦਾ ਵੀ ਮੇਰਾ ਕੰਮ ਕਿਸੇ ਪੇਪਰ ਕੀਤੇ ਤੋਂ ਬਗੈਰ ਘੱਟ ਤੋਂ ਘੱਟ ਹੋ ਜਾਵੇ, ਬਟ ਇਨਫੋਰਮੇਸ਼ਨ ਫਿਰ ਵੀ ਚਾਹੀਦਾ ਹੁੰਦਾ ਆ ਕਰਕੇ ਜਿਹੜੀ ਹੁਣ ਉਹ 300 ਮਿਲੀਅਨ ਜਿਹੜਾ ਪੋਟ ਹੈਗਾ ਜਿਹੜਾ ਉਹਨਾਂ ਨੇ ਦੇਖਣਾ ਵੀ ਜਿੱਥੇ ਇਮੀਡੀਏਟ ਐਪਲੀਕੇਸ਼ਨ ਹੋਵੇ ਉਹ ਦੇਖ ਕੇ ਦੇਖਣਾ ਹੈ। ਤੁਸੀਂ ਦੇਖੋ ਵੀ ਜਿਨ੍ਹਾਂ ਦੇ ਗਾਈਆਂ ਮਰ ਗਈਆਂ, they lost their pigs, ਉਹਨਾਂ ਨੇ ਉਹ ਜਿਹੜਾ ਪੈਸਾ ਆਉਣਾ ਸੀਗਾ ਉਹ ਤਾਂ ਹੁਣ ਆਉਣਾ ਨਹੀਂ, ਉਹ ਤਾਂ ਮਰ ਗਏ। So they've got an immediate loss. So you have to make sure that they are viable as well. ਇਹ ਨਹੀਂ ਵੀ ਉਹਨਾਂ ਨੂੰ ਹਰੇਕ ਜਿੱਦਾਂ ਵੀ ਕੋਈ ਨਹੀਂ ਕਹਿ ਸਕਦਾ, ਕੋਈ ਵੀ ਸਰਕਾਰ ਤੁਹਾਨੂੰ fully 100% ਕਰ ਸਕਦੀ ਹੈ, ਪਰ ਤੁਹਾਡਾ ਸਹਾਰਾ ਬਣ ਸਕਦੀ ਹੈ for rebuild। ਇਹ natural disaster ਸੀ, this was a natural disaster। ਪਰ ਮੈਂ ਇਹ ਵੀ ਕਹੂੰਗੀ ਆਪਣੇ ਜਿਹੜੇ berry farmers ਆ, they work very hard and the berry crop is very lucrative for BC। ਅਸੀਂ ਵੀ ਬਹੁਤ ਖੁਸ਼ ਹੋ ਕੇ ਖਾਈਦਾ, ਸਾਡੀ ਕਮਿਊਨਿਟੀ ਕਾਫੀ ਉੱਥੇ ਐਕਟਿਵ ਹੈਗੀ ਆ। ਬਟ ਇਹ ਦੇਖੋ the berry crop had already been picked। ਹੁਣ ਮੈਂ ਤਾਂ ਐਗਰੀਕਲਚਰਲ ਐਕਸਪਰਟ ਹੈ ਨਹੀਂ, ਹੁਣ ਜਿਹੜੇ ਐਗਰੀਕਲਚਰ ਦੇ ਵਿੱਚ ਇਨਵੋਲਵਡ ਹੈਗੇ ਆ, berry farmers ਹੈਗੇ ਆ, ਇਹਨਾਂ ਨੂੰ ਸਰਕਾਰ ਦੇ ਨਾਲ ਬੈਠ ਕੇ ਜਿਹੜੇ ਗਵਰਨਮੈਂਟ ਰਿਪਰੈਜ਼ੈਂਟੇਟਿਵਸ ਆ ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕਰੋ ਤੇ ਉਹਨਾਂ ਨੂੰ ਸਮਝਾਵੋ। ਜੇ ਤੁਹਾਨੂੰ ਲੱਗਦਾ ਵੀ ਉਹ ਗੱਲ ਨਹੀਂ ਸਮਝਦੇ, ਉਹਨਾਂ ਨੂੰ ਬੈਠ ਕੇ ਸਮਝਾਵੋ ਵੀ ਸਾਡੇ ਤੇ ਇਮੀਡੀਏਟ ਸਾਡੀਆਂ ਨੀਡਸ ਆ ਹੈਗੀਆਂ ਆ। ਜਿਨ੍ਹਾਂ ਨੇ ਇਮੀਡੀਏਟ ਲਾਸ ਕੀਤਾ ਆ ਉਹ ਤਾਂ ਆਪਾਂ ਨੂੰ ਦੱਸਦਾ ਆ। ਇਹ ਜਿਹੜੇ ਪਲਾਂਟ ਪੌਦੇ ਹੁੰਦੇ, ਬਾਕੀ ਚੀਜ਼ਾਂ ਵੀ, ਸਬਜ਼ੀ ਵਗੈਰਾ ਵੀ ਜਿਹੜੀਆਂ ਬੀਜੀਆਂ ਹੁੰਦੀਆਂ ਆ, ਉਹਨਾਂ ਦਾ ਆਪਾਂ ਨੂੰ ਇੱਕਦਮ ਨਹੀਂ ਪਤਾ ਲੱਗਦਾ। ਪਰ ਫਿਰ ਵੀ ਵਾਂਟ ਟੂ ਸਪੋਰਟ ਦ ਫਾਰਮਰਸ। ਐਗਰੀਕਲਚਰ ਮਿਨਿਸਟਰ ਕਹਿੰਦੀ ਆ ਮੈਂ ਸਪੋਰਟ ਕਰਨਾ ਚਾਹੁੰਦੀ ਹਾਂ, ਸਾਡੀ ਸਰਕਾਰ ਕਹਿੰਦੀ ਆ, ਪਰ ਇਸ ਵਕਤ ਜੇ ਆਪਾਂ ਉਂਗਲੀਆਂ ਉਠਾਉਣ ਲੱਗ ਪਏ, ਉਹ ਘੱਟ ਕਰਦਾ, ਉਹਨੂੰ ਜ਼ਿਆਦਾ ਮਿਲ ਗਿਆ, ਉਹਨੂੰ ਕਾਹਤੇ ਮਿਲਿਆ ਆ, ਇਹ ਤਾਂ ਸਰਕਾਰ ਨੇ ਤਾਂ ਦੇਣਾ ਅਸੈਸਮੈਂਟ ਕਰਕੇ। ਮੈਂ ਛੋਟੀ ਜਿਹੀ ਗੱਲ ਦੱਸਦੀ ਹਾਂ ਵੀ ਹੁਣ ਹਰਿਆਣਾ ਓਨਟਾਰੀਓ ਦੇ ਵਿੱਚ ਇਹ ਰੌਲਾ ਪਿਆ ਆ ਵੀ ਕਈਆਂ ਨੂੰ ਪੈਸੇ ਮਿਲ ਗਏ ਸੀਗੇ ਜਦੋਂ ਕੋਵਿਡ ਹੋਇਆ ਆ, ਕੰਪਨੀਆਂ ਨੂੰ ਜਿਹਨਾਂ ਨੂੰ ਮਿਲਣੇ ਨਹੀਂ ਸੀ ਚਾਹੀਦੇ, ਉਹਨਾਂ ਨੂੰ ਤਾਂ ਲਾਸ ਹੀ ਨਹੀਂ ਕੀਤਾ ਵੀ ਉਹਨਾਂ ਨੂੰ ਕਾਹਤੇ ਪੈਸੇ ਮਿਲ ਗਏ। ਸੋ ਇਹ ਜਿਹੜਾ ਪੈਸਾ ਹੁੰਦਾ ਸਰਕਾਰ ਦਾ, ਇਹ ਸਰਕਾਰ ਦਾ ਨਹੀਂ, ਇਹ ਜਨਤਾ ਦਾ ਪੈਸਾ ਹੈ, ਬਿਲਕੁਲ ਟੈਕਸਪੇਅਰਸ ਦਾ, ਇਹ ਟੈਕਸਪੇਅਰਸ ਦਾ ਪੈਸਾ ਆ। ਸੋ ਇਸ ਕਰਕੇ ਹੈਲਪ ਨੀਡਸ ਟੂ ਗੈਟ ਆਊਟ ਕੁਇਕਲੀ, ਬਟ ਉਹਦੇ ਵਿੱਚ ਪ੍ਰੋਸੈਸ ਵੀ ਹੋਣੀ ਚਾਹੀਦੀ ਹੈ। ਪ੍ਰੋਸੈਸ ਅਸੀਂ ਕਮਿਟਮੈਂਟ ਕੀਤੀ ਆ ਵਿਲ ਨਾਟ ਬੀ ਕੰਪਲਿਕੇਟਡ। ਜਿਸ ਤਰ੍ਹਾਂ ਅੰਡਰ ਕੋਵਿਡ ਜਦੋਂ ਬਿਜ਼ਨੈਸਿਸ ਨੂੰ ਹੈਲਪ ਦੀ ਲੋੜ ਸੀਗੀ, ਪਹਿਲਾਂ ਜਦੋਂ ਐਲਾਨ ਕੀਤਾ ਸੀ ਕੰਪਲੈਕਸ ਸੀਗੀ ਥੋੜੀ ਜਿਹੜੀ ਸਿਸਟਮ ਅਨਾਉਂਸ ਕੀਤੀ ਸੀ, ਫਿਰ ਉਹਨੂੰ ਸਿੰਪਲੀਫਾਈ ਕਰ ਦਿੱਤਾ ਸੀਗਾ। ਸੋ ਮੈਂ ਸਾਰਿਆਂ ਨੂੰ ਕਹੂੰਗੀ, ਸਾਰੇ ਸਮਝਦੇ ਆ ਤੁਹਾਡਾ ਜਿਹੜਾ ਦੁੱਖ ਆ। ਹੁਣ ਕਈ ਫਾਰਮਰਸ ਈਸਟ ਤੋਂ ਆ ਕੇ ਇੱਥੇ ਆ ਕੇ ਸਾਡੇ ਫਾਰਮਰਸ ਦੀ ਹੈਲਪ ਕਰਨ ਲੱਗ ਪਏ ਆ, ਜਾਂ ਉੱਥੇ ਬੈਠੇ ਕਹਿੰਦੇ ਵੀ ਸਾਨੂੰ ਦੱਸੋ ਅਸੀਂ ਇੱਥੋਂ ਬੈਠ ਕੇ ਕੀ ਕਰ ਸਕੀਏ। ਜੀ ਬਿਲਕੁਲ। ਇਹ ਹੁਣ ਜਿਹੜਾ ਆਪਾਂ ਹੱਲ ਲਿਆਉਣਾ ਆ ਨਾ, ਇਹ ਸਾਰਿਆਂ ਨੂੰ ਰਲ ਮਿਲ ਕੇ ਕਰਨਾ ਪੈਣਾ ਆ। ਸਰਕਾਰ ਵੀ ਹੈਲਪ ਕਰੂਗੀ, ਫਾਰਮਰਸ ਨੂੰ ਵੀ ਹੋਰ ਹਿੰਮਤ ਕਰਨੀ ਪੈਣੀ, ਉਹਨਾਂ ਨੇ ਬਹੁਤ ਕੁਝ ਗਵਾਇਆ ਆ, ਤੇ ਕਮਿਊਨਿਟੀ ਨੇ ਵੀ, ਬਟ ਵੀ ਮੂਵ ਟੁਗੇਦਰ। ਬਿਲਕੁਲ, ਜਿਵੇਂ ਤੁਸੀਂ ਕਿਹਾ ਕਿ ਗੱਲਬਾਤ ਜਿਹੜੀ ਜ਼ਰੂਰੀ ਹੈਗੀ ਹੈ, ਕਮਿਊਨੀਕੇਸ਼ਨ ਇਜ਼ ਆਲਵੇਜ਼ ਟੂ ਵੇ ਸਟਰੀਟ। ਸੋ ਇਹ ਹੈ ਕਿ ਕਿਤੇ ਵੀ ਹੱਲ ਕੱਢਿਆ ਜਾ ਸਕਦਾ, ਜ਼ਰੂਰ ਕੱਢਣਾ ਚਾਹੀਦਾ, ਪਰ ਸਰਕਾਰ ਜਿਹੜੀ ਹੈ ਲਗਾਤਾਰ ਹੈਲਪ ਕਰ ਰਹੀ ਹੈ। ਚਾਹੇ ਕਹਿੰਦੇ ਆ ਕਿ 1 ਬਿਲੀਅਨ ਤੋਂ ਜ਼ਿਆਦਾ ਦਾ ਨੁਕਸਾਨ ਹੋ ਸਕਦਾ ਆ, ਚਾਹੇ ਆਉਣ ਵਾਲੇ ਸਮੇਂ ਦੇ ਵਿੱਚ ਡੈਫਿਸਿਟ ਹੋਰ ਵੱਧ ਜਾਵੇ BC ਦੇ ਉੱਤੇ, ਪਰ ਪਹਿਲਾਂ ਸਿਟੀਜ਼ਨ ਹੈਗੇ ਨੇ, ਪਹਿਲਾਂ ਨਾਗਰਿਕ ਨੇ, ਉਹਨਾਂ ਦੀਆਂ ਲੋੜਾਂ ਨੇ, ਉਹਨਾਂ ਦੀ ਕਿਸ ਤਰ੍ਹਾਂ ਮਦਦ ਕੀਤੀ ਜਾ ਸਕਦੀ ਹੈ ਉਹ ਹੈ। ਪਰ ਹੁਣ ਨਾਲ ਨਾਲ ਸਰਕਾਰ ਦੇ ਦੁਆਰਾ ਫਲੱਡ ਪੀੜਤਾਂ ਦੀ ਵੀ ਮਦਦ ਕੀਤੀ ਜਾ ਰਹੀ ਹੈ। ਉੱਧਰ ਅਸੀਂ ਦੇਖਿਆ ਸੀ ਲਿਟਨ ਦੇ ਵਿੱਚ ਅੱਗਾਂ ਲੱਗੀਆਂ, ਉੱਥੇ ਵੀ ਮਦਦ ਜਿਹੜੀ ਉਹ ਪਹੁੰਚਾਈ ਗਈ ਹੈ, ਪਰ ਨਾਲ ਨਾਲ ਕਮਿਊਨਿਟੀ ਨੂੰ ਵੀ ਦੇਖ ਕੇ ਫੰਡਿੰਗ ਜਿਹੜੀ ਹੈ ਦਿੱਤੀ ਜਾ ਰਹੀ ਹੈ। ਹੁਣ ਤੁਸੀਂ ਜਿਵੇਂ ਕਿਹਾ ਮੈਂ ਖੇਤੀਬਾੜੀ ਮੰਤਰੀ ਤਾਂ ਨਹੀਂ, ਪਰ ਤੁਸੀਂ ਟੀਚਰ ਜ਼ਰੂਰ ਰਹੇ ਆ, ਟੀਚਰ ਐਸੋਸੀਏਸ਼ਨ ਦੇ ਵਿੱਚ ਪ੍ਰਧਾਨ ਵੀ ਰਹੇ ਆ ਤੁਸੀਂ। ਹੁਣ ਤੁਹਾਨੂੰ ਪਤਾ ਹੈ ਕਿ ਬੱਚੇ ਕਿੰਨੇ ਜ਼ਰੂਰੀ ਨੇ, ਬੱਚਿਆਂ ਦਾ ਭਵਿੱਖ ਕਿੰਨਾ ਜ਼ਰੂਰੀ ਹੈ, ਉਹ ਗਨਸ ਗੈਂਗਸ ਦੇ ਵਿੱਚ ਨਾ ਪੈਣ, ਇਹ ਕਿੰਨਾ ਜ਼ਰੂਰੀ ਹੈ। ਹੁਣ ਗੈਂਗਸ ਦੇ ਵਿੱਚ ਨਾ ਜਾਣ, ਇਸ ਲਈ ਸਰਕਾਰ ਦੇ ਵੱਲੋਂ ਫੰਡਿੰਗ ਅਲਾਟ ਕੀਤੀ ਗਈ ਹੈ 24 ਸਕੂਲਾਂ ਨੂੰ। 24 ਸਕੂਲਾਂ ਨੂੰ ਲਗਭਗ 4,86,000 ਦੀ ਜਿਹੜੀ ਫੰਡਿੰਗ ਆ ਉਹ ਦਿੱਤੀ ਗਈ ਹੈ। ਹੁਣ ਉਹ ਫੰਡਿੰਗ ਦੇ ਨਾਲ ਨਾਲ ਕਿਹੜੇ ਪ੍ਰੋਗਰਾਮ ਚੱਲਣਗੇ, ਕਿਸ ਤਰ੍ਹਾਂ ਦੇ ਨਾਲ ਫੰਡਿੰਗ ਕੰਮ ਕਰੇਗੀ? ਉਹ ਫੰਡਿੰਗ ਇਸ ਤਰੀਕੇ ਨਾਲ ਦੇਈ ਗਈ ਆ 4,86,000 ਇਸ ਤਰੀਕੇ ਨਾਲ ਦਿੱਤੀ ਗਈ ਆ ਵੀ ਹਰੇਕ ਸਕੂਲ ਡਿਸਟ੍ਰਿਕਟ ਨੂੰ ਓਪਰਚੁਨਿਟੀ ਸੀਗੀ ਉਹ ਪ੍ਰਪੋਜ਼ਲ ਕਰਨ ਵੀ ਉਹਨਾਂ ਨੂੰ ਕੀ ਚਾਹੀਦਾ ਆ, ਕਿੰਨੇ ਪੈਸੇ ਚਾਹੀਦੇ ਆ, ਤੇ ਉਹਨਾਂ ਨੇ ਕਿਸ ਤਰ੍ਹਾਂ ਵਰਤਣੇ ਆ।
ਉਸ ਤਰੀਕੇ ਨਾਲ ਦਿੱਤੇ ਗਏ ਆ। ਦੇਖੋ ਸਰੀ ਦੀ ਜਿਹੜੀਆਂ ਲੋੜਾਂ ਹੈਗੀਆਂ ਸਕੂਲਾਂ ਦੇ ਵਿੱਚ ਬਹੁਤ ਸਕੂਲ ਡਿਸਟ੍ਰਿਕਟਸ ਨੂੰ ਦਿੱਤੇ ਗਏ ਆ, ਬਹੁਤ ਡਿਫਰੈਂਟ ਆ ਪ੍ਰਿੰਸ ਰੂਪਰਟ ਨਾਲੋਂ, ਪ੍ਰਿੰਸ ਜੋਰਜ ਨਾਲੋਂ ਤੇ ਨਨਾਇਮੋ ਨਾਲੋਂ। ਯਾ ਹੁਣ ਦੇਖੋ ਜਦੋਂ ਡੈਲਟਾ ਨੂੰ ਜਿਹੜੇ ਪੈਸੇ ਮਿਲਣੇ ਆ, ਉਹਨਾਂ ਨੇ ਯੂਥ ਐਟ ਰਿਸਕ, ਜਿਹੜੇ ਯੂਥ ਵੀ ਗਲਤ ਰਸਤੇ ਨੂੰ ਤੁਰ ਪਏ ਆ ਨਾ, ਉਹਨਾਂ ਨੂੰ ਆਈਡੈਂਟੀਫਾਈ ਕੀਤਾ ਆ, ਉਹਨਾਂ ਦੇ ਨਾਲ ਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਕਾਉਂਸਲਿੰਗ ਐਂਡ ਮੈਂਟਰਿੰਗ ਕਰਨੀ ਆ। ਜਿਹੜੀ ਨਨਾਇਮੋ ਨੂੰ ਪੈਸੇ ਜਾਣੇ ਆ, ਉਹਨਾਂ ਨੇ ਰੱਖੇ ਆ ਫॉर one-on-one mentoring ਤੇ ਵਿੱਚੇ ਫॉर ਐਬੋਰੀਜਨਲ ਸਟੂਡੈਂਟਸ ਟੂ ਬ੍ਰਿੰਗ ਦੀ ਐਲਡਰਸ ਇਨ, ਵੀ ਜਿਹੜੇ ਉਹਨਾਂ ਦੇ ਫਰਸਟ ਨੇਸ਼ਨਸ ਬਜ਼ੁਰਗ ਆ, ਉਹ ਆ ਕੇ ਬੱਚਿਆਂ ਨੂੰ ਸਮਝਾਉਣ ਵੀ ਇਹਨਾਂ ਰਸਤਿਆਂ ਵੱਲ ਨੂੰ ਨਹੀਂ ਚਾਹੀਦਾ। ਯਾ ਸੋ ਆ ਜਿਹੜਾ ਵੀ ਉੱਥੇ ਤੇ ਡੈਲਟਾ ਦਾ ਮੈਂ ਕਹਿ ਦਿੱਤਾ ਆ, ਹਰੇਕ ਜਗ੍ਹਾ ਦਾ ਡਿਫਰੈਂਟ ਹੈਗਾ ਆ। ਕਈ ਕਹਿੰਦੇ ਵੀ ਇਸ ਜਗ੍ਹਾ ਨੂੰ ਕਾਹਤੇ ਘੱਟ ਮਿਲਿਆ, ਉਸ ਜਗ੍ਹਾ ਨੂੰ ਕਾਹਤੇ ਜ਼ਿਆਦਾ ਮਿਲਿਆ। ਇਹ ਡਿਸਟ੍ਰਿਕਟਸ ਨੇ ਅਸੈਸਮੈਂਟ ਕੀਤੀ ਸੀਗੀ ਵੀ ਸਾਡੇ ਕੋਲ ਆਹ ਪ੍ਰੋਗਰਾਮ ਹੈਗੇ ਆ, ਇੱਥੇ ਸਾਡੇ ਕੋਲ ਥੋੜੀ ਕਮੀ ਹੈਗੀ ਆ, ਵੀ ਇਸ ਕਰਕੇ ਸਾਨੂੰ ਫਿਲ ਕਰਨਾ ਚਾਹੀਦਾ ਹੈ। ਦੇਖੋ ਬਹੁਤ ਸੌਖਾ ਹੈਗਾ ਕਹਿਣਾ ਆ ਵੀ ਬੱਚੇ ਸਾਡੇ ਲਈ ਸਭ ਤੋਂ ਪਹਿਲਾਂ ਆ, ਸੌਖਾ ਕਹਿਣਾ ਆ, ਪਰ ਆਪਾਂ ਨੂੰ ਪਤਾ ਵੀ ਜਦੋਂ ਮਾਂ ਪਿਓ ਦੇ ਕੰਮ ਦੀ ਮਜਬੂਰੀ ਹੁੰਦੀ ਆ, ਬਹੁਤ ਕੁਛ ਮਜਬੂਰੀਆਂ ਆ ਜਾਂਦੀਆਂ, ਆਪਾਂ ਬੱਚਿਆਂ ਨੂੰ ਸਦਾ ਉਹ ਪਹਿਲ ਦੇ ਨਹੀਂ ਸਕਦੇ ਜਿਹੜਾ ਅਸੀਂ ਦੇਣਾ ਚਾਹੁੰਦੇ ਆ। ਕਈ ਬੱਚੇ ਹੈਗੇ ਆ ਜਿਹੜੇ ਗਲਤ ਰਸਤੇ ਵੱਲ ਨੂੰ ਖਿੱਚ ਹੋ ਜਾਂਦੇ ਆ, ਕਈ ਖਿੱਚ ਹੋ ਜਾਂਦੇ ਆ, ਕਈਆਂ ਨੂੰ ਧੱਕਾ ਦਿੱਤਾ ਜਾਂਦਾ ਹੈ। ਸੋ ਮੈਂ ਤਾਂ ਕਹਿੰਦੀ ਆ ਵੀ ਜੇ ਤੁਸੀਂ ਆਪਣੇ ਬੱਚੇ ਨੂੰ ਮਜ਼ਬੂਤ ਬਣਾਉਣਾ ਆ, ਉਹਦੇ ਵਿੱਚ ਆਤਮਾ ਵਿਸ਼ਵਾਸ, ਸੈਲਫ ਐਸਟੀਮ, ਆਈ ਥਿੰਕ ਦੈਟਸ ਕਾਲਡ ਆਤਮਾ ਵਿਸ਼ਵਾਸ, ਸੈਲਫ ਐਸਟੀਮ ਤੇ ਇੱਕ ਕਮਿਊਨੀਕੇਸ਼ਨ ਸਕਿੱਲ। ਉਹ ਡਰ ਨਾ ਹੋਵੇ ਵੀ ਮੈਂ ਗੱਲ ਘਰ ਆ ਕੇ ਕਿਸੇ ਨਾਲ ਕਰ ਨਹੀਂ ਸਕਦਾ ਜਾਂ ਸਕਦੀ। ਸੋ ਇਹ ਜਿਹੜੇ ਲਾਈਨਸ ਆਫ ਕਮਿਊਨੀਕੇਸ਼ਨ ਆ ਨਾ, ਇਹ ਬਹੁਤ ਜ਼ਰੂਰੀ ਹੈਗੇ ਆ ਬੱਚੇ ਤੇ ਕਿਸੇ ਦੇ ਘਰ ਦੇ ਨਾਲ। ਜਿਹੜਾ ਬੱਚਾ ਇੱਧਰ ਨੂੰ ਤੁਰ ਪਊਗਾ ਨਾ, ਉਹਦੇ ਵਿੱਚ ਜ਼ਰੂਰ ਜਦੋਂ ਤੁਸੀਂ ਉਹਦੀ ਹਿਸਟਰੀ ਦੇਖੋ, ਲੈਕ ਆਫ ਕਨੈਕਟੀਵਿਟੀ ਹੈਗੀ ਆ, ਉਹ ਕਿਸੇ ਨਾਲ ਜੁੜਿਆ ਨਹੀਂ ਵਾਲਾ ਜਿਹੜਾ ਉਹਨੂੰ ਪਿੱਛੇ ਫੜ ਕੇ ਰੋਕ ਸਕੇ, ਰਾਈਟ। ਸੋ ਇਹ ਜ਼ਰੂਰੀ ਹੈਗੀ ਆ। ਤੇ ਨਾਲੇ ਅੱਜ ਕੱਲ੍ਹ ਆਪਾਂ ਨੂੰ ਪਤਾ ਹੈ ਮੈਂਟਲ ਹੈਲਥ ਇਸ਼ੂਜ਼ ਦਾ ਬਹੁਤ ਵਾਧਾ ਹੋ ਗਿਆ, ਜਿਸ ਤਰ੍ਹਾਂ ਤੁਸੀਂ ਓਪੀਓਇਡ ਕ੍ਰਾਈਸਿਸ ਦੀ ਵੀ ਗੱਲ ਕੀਤੀ ਸੀਗੀ। ਇਸ ਕਰਕੇ ਸਾਡੇ ਬੱਚੇ ਬਹੁਤ ਵਾਜੇ ਵੇਲੇ ਈਜ਼ੀਲੀ ਦੂਸਰੇ ਪਾਸੇ ਨੂੰ ਤੁਰ ਪੈਂਦੇ ਆ, ਕਰਕੇ ਇਟਸ ਈਜ਼ੀ ਵੇ ਆਊਟ। ਸੋ ਇਸ ਕਰਕੇ ਆਈ ਐਮ ਵੈਰੀ ਪ੍ਰਾਊਡ ਆਫ ਦ ਫੈਕਟ ਇਹ ਪਹਿਲਾ ਪੈਸਾ ਨਹੀਂ ਇਸ ਕੰਮ ਲਈ। ਆਪਾਂ ਨੂੰ ਪਤਾ ਇੱਥੇ ਸਰੀ ਦੇ ਵਿੱਚ ਜੈਕ ਹੋਸਰ ਐਂਡ ਅਦਰਸ have been working for a long time to get kids out of gangs, to get them onto a different lifestyle. ਕਈਆਂ ਨੇ ਮੈਨੂੰ ਇਹ ਵੀ ਕਿਹਾ ਵੀ ਇਹ ਪੈਸੇ ਬਾਹਰਲੇ ਸ਼ਹਿਰਾਂ ਨੂੰ ਕਾਹਤੇ ਮਿਲ ਰਹੇ ਆ। ਆਪਾਂ ਨੂੰ ਬਾਜੇ ਵੇਲੇ ਲੱਗਦਾ ਜਿਹੜੀ ਗੈਂਗਸ ਇਸ਼ੂ ਆ ਨਾ, ਜਿਹੜੇ ਆਪਣੇ ਬੱਚੇ ਗਲਤ ਰਸਤੇ ਜਾ ਰਹੇ ਆ, ਸਿਰਫ ਇੱਥੇ ਜਾ ਰਹੇ ਆ। ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਇਹ ਪ੍ਰਿੰਸ ਰੂਪਰਟ ਵੀ ਹੁੰਦਾ ਆ, ਇਹ ਪ੍ਰਿੰਸ ਜੋਰਜ ਵਿੱਚ ਵੀ ਹੁੰਦਾ ਆ, ਇਹ ਨਨਾਇਮੋ 'ਚ ਵੀ ਹੁੰਦਾ, ਵਿਕਟੋਰੀਆ 'ਚ ਵੀ ਹੁੰਦਾ, ਡੈਲਟਾ 'ਚ ਵੀ ਹੁੰਦਾ ਆ, ਇਹ ਜਗ੍ਹਾ ਹੁੰਦਾ ਆ ਜੀ। ਸੋ ਜਿਤਨਾ ਵੀ ਜਲਦੀ ਆਪਾਂ ਬੱਚਿਆਂ ਨੂੰ ਰੋਕ ਲਈਏ ਉਤਨਾ ਹੀ ਬੈਟਰ ਰਹਿੰਦਾ ਆ। ਸੋ अर्ਲੀ ਇੰਟਰਵੈਂਸ਼ਨ ਐਂਡ ਕੰਕਰੀਟ ਪ੍ਰੋਗਰਾਮਸ, ਜਿਨ੍ਹਾਂ ਦੇ ਨਾਲ ਬੱਚਿਆਂ ਨੂੰ ਇਹ ਪਤਾ ਲੱਗੇ ਬਈ ਉਹਨਾਂ ਨੂੰ ਜੋੜੀਏ ਕਿਸੇ ਤਰ੍ਹਾਂ ਦੇ ਨਾਲ। ਇੱਕ ਆਪਾਂ ਨੂੰ ਕਮਿਊਨਿਟੀ ਵਿੱਚ ਆਪਾਂ ਨੂੰ ਵੀ ਸੋਚਣਾ ਪੈਣਾ ਵੀ ਅਸੀਂ ਕਿਸ ਤਰ੍ਹਾਂ ਦੇ ਵੈਲਿਊਜ਼ ਜੀ ਬੱਚਿਆਂ ਨੂੰ ਦੇ ਰਹੇ ਆ। ਮੈਨੂੰ ਪੰਜਾਬੀ ਵਿੱਚ ਵੈਲਿਊਜ਼ ਦਾ ਪਤਾ ਨਹੀਂ ਕੀ ਕਹਿੰਦੇ ਆ, ਪਰ ਇਹ ਜ਼ਰੂਰ ਵੀ ਕਿਹੜੀ ਸਿੱਖਿਆ ਦੇ ਰਹੇ ਆ, ਵੀ ਆਪਣੇ ਲਈ ਕਿਹੜੀ ਚੀਜ਼ ਜ਼ਰੂਰੀ ਆ। ਆਪਾਂ ਬਹੁਤ ਵੱਡੇ ਭਾਸ਼ਣ ਦੇਈਦੇ ਆ, ਰਾਈਟ, ਪਰ ਜੇ ਸਾਡੇ ਬੱਚੇ ਦੇਖਣ ਵੀ ਸਾਨੂੰ ਸਿਰਫ ਵੱਡੇ ਘਰ ਤੇ ਵੱਡੇ ਕਾਰਾਂ ਹੀ ਪਿਆਰੀਆਂ ਆ, ਫਿਰ ਉਹਨਾਂ ਨੇ ਵੀ ਵੱਡੇ ਘਰ ਤਾਂ ਵੱਡੇ ਕਾਰਾਂ ਦੇ ਮਗਰ ਹੀ ਦੌੜਨਾ ਆ। ਉਹਨਾਂ ਨੂੰ ਭੁੱਲ ਜਾਣਾ ਆ ਵੀ ਪਹਿਲਾਂ ਸਾਨੂੰ ਮਿਹਨਤ ਕਰਕੇ ਪੈਸੇ ਕਮਾਉਣੇ ਪੈਣੇ ਆ, ਉਹਨਾਂ ਨੇ ਫਿਰ ਕੋਈ ਸ਼ਾਰਟਕਟ ਟੋਲਣੀ ਆ। ਸੋ ਇਸ ਕਰਕੇ ਬੱਚਿਆਂ ਦੇ ਨਾਲ ਬਹੁਤ ਹੀ ਜ਼ਰੂਰੀ ਆ। ਵੱਡਾ ਘਰ ਲੈਣਾ ਮਾੜੀ ਗੱਲ ਨਹੀਂ, ਵੱਡੀ ਕਾਰ ਲੈਣੀ ਵੀ ਮਾੜੀ ਗੱਲ ਹੈ ਨਹੀਂ ਗੀ, ਪਰ ਉਹ ਮਿਹਨਤ ਨਾਲ ਜਿਹੜੇ ਨਾਲ ਪੈਸਾ ਕਮਾਇਆ ਆ ਉਹ ਵੀ ਬੱਚਿਆਂ ਨੂੰ ਸਮਝਾਉਣ ਦੀ ਜ਼ਰੂਰਤ ਹੈਗੀ ਆ ਵੀ ਬੱਚੇ ਉਹ ਸ਼ਾਈਨੀ ਚੀਜ਼ਾਂ ਦੇਖ ਕੇ ਉਹਨਾਂ ਦੇ ਮਗਰ ਨਾ ਦੌੜਨ। ਤੇ ਇੱਕ ਜਿਹੜੇ ਬੱਚਿਆਂ ਦੇ ਕੱਪੜੇ ਆ, ਦੇਖੋ ਹਰੇਕ ਜਾਣਾ ਲਾਈਕ ਕਰਦਾ ਵੀ ਮੇਰੇ ਕੱਪੜੇ ਵਧੀਆ ਹੋਣ, ਪਰ ਕਈਆਂ ਦੇ ਵਿੱਚ ਹਿੰਮਤ ਹੁੰਦੀ ਆ ਗੁੱਚੀ ਸ਼ੂਜ਼ ਲੈਣ ਦੀ, ਪ੍ਰਾਡਾ ਬੈਗ ਲੈਣ ਦੀ, ਕਈਆਂ ਵਿੱਚ ਹੈ ਨਹੀਂ। ਅਸੀਂ ਉਹਨਾਂ ਚੀਜ਼ਾਂ ਨੂੰ ਉਹ ਅਹਿਮੀਅਤ ਨਾ ਦਈਏ ਵੀ ਜਿਹੜੇ ਬੱਚੇ ਆ ਉਹਨਾਂ ਦੀ ਪਛਾਣ ਡਿਪੈਂਡ ਕਰਦੇ ਆ ਬ੍ਰਾਂਡ ਲੋਗੋਸ ਤੇ। ਤੇ ਸਾਨੂੰ ਬੇਸ਼ੱਕ ਦੀ ਸਾਡੇ ਵਿੱਚ ਹਿੰਮਤ ਹੈਗੀ ਆ,
ਫਿਰ ਵੀ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਆ ਹਰੇਕ ਚੀਜ਼ ਦੀ ਕਦਰ ਕਿੱਦਾਂ ਕਰਨੀ ਆ ਤੇ ਕਿੰਨਾ ਕੁਛ ਲੱਗਦਾ ਆ ਉਹਨੂੰ ਕਮਾਉਣ ਨੂੰ। ਮੈਂ ਅੱਜ ਯਾਦ ਕਰਦੀ ਸੀਗੀ ਵੀ ਅਸੀਂ ਛੋਟੇ ਜਿਹੇ ਹੁੰਦੇ ਸੀਗੇ ਇੰਗਲੈਂਡ ਦੇ ਵਿੱਚ, 4 ਜਣੇ ਅਸੀਂ ਇੰਡੀਆ 'ਚੋਂ ਆਏ ਸੀਗੇ ਤੇ 2 ਜਣਿਆਂ ਦਾ ਜਨਮ ਇੰਗਲੈਂਡ ਦਾ ਆਇਆ। ਸਾਡੇ ਕੋਲ ਇੱਕ ਬਾਈਕ ਹੁੰਦਾ ਸੀ ਤੇ ਬਾਜੇ ਵੇਲੇ ਅਸੀਂ ਲੜ ਪੈਂਦੇ ਹੁੰਦੇ ਸੀਗੇ ਵੀ ਕਿਹਨ ਬਾਈਕ ਲੈਣਾ ਉਸ ਦਿਨ। ਮੈਨੂੰ ਤਾਂ ਚਲਾਉਣਾ ਹੀ ਨਹੀਂ ਆਉਂਦਾ, ਮੇਰੀ ਤਾਂ ਕਦੀ ਵਾਰੀ ਹੀ ਨਹੀਂ ਸੀ ਆਈ, ਨਾਲੇ ਮੈਂ ਸਭ ਤੋਂ ਵੱਡੀ ਸੀਗੀ ਨਾ, ਮੇਰੀ ਵਾਰੀ ਨਹੀਂ ਸੀ ਕਦੀ ਆਈ। ਤੇ ਹੁਣ ਮੈਂ ਸੋਚਦੀ ਹਾਂ ਅੱਜ ਕੱਲ੍ਹ ਬੱਚੇ ਕੋ ਫੋਨ, ਆਈਪੈਡ, ਇਕੱਲੇ ਨੂੰ ਆਪਣਾ ਚਾਹੀਦਾ। ਮੈਨੂੰ ਮੇਰੇ ਕਈ ਘਰਾਂ ਦੇ ਵਿੱਚ ਇਕੱਲੇ ਬੰਦੇ ਕੋਲ ਟੀਵੀ ਵੀ ਆਪਣਾ ਹੀ ਹੋਣਾ ਆ, ਕਾਰਾਂ ਵੀ ਸਾਨੂੰ ਇਕੱਲੇ ਨੂੰ ਚਾਹੀਦੀਆਂ ਆ। ਉਹਨਾਂ ਦਿਨਾਂ ਦੇ ਵਿੱਚ ਅਸੀਂ ਖੁਸ਼ ਸੀਗੇ ਜੇ ਇੱਕ ਕਾਰ 2-3 ਘਰਾਂ 'ਚ ਹੋਵੇ ਰਲ ਮਿਲ ਕੇ। ਜਦੋਂ ਮਾਮੇ ਦੀ ਕਾਰ ਸੀਗੀ ਸਾਨੂੰ ਲੋੜ ਪੈਣੀ ਉਹ ਲੈ ਜਾਣੀ, ਰਾਈਟ। ਤੇ ਅੱਜ ਅਸੀਂ ਕਹਿੰਦੇ ਆ ਵੀ ਜਦੋਂ ਬੱਚਾ 16 ਸਾਲਾਂ ਦਾ ਹੋ ਜਾਂਦਾ ਪਹਿਲਾਂ ਕਹਿ ਦਿੰਦਾ ਮੈਨੂੰ ਡਰਾਈਵਰਸ ਲਾਇਸੈਂਸ ਦੀ ਲੋੜ ਆ ਤੇ ਫਿਰ ਮੈਨੂੰ ਕਾਰ ਦੀ ਲੋੜ ਆ। ਸੋ ਜਿਹੜੀਆਂ ਸਾਡੀਆਂ ਮੰਗਾਂ ਆ, ਜਿਹੜੀਆਂ ਸਾਡੀਆਂ ਚੀਜ਼ਾਂ ਅਸੀਂ ਚਾਹੁੰਦੇ ਆ ਉਹ ਵੱਧ ਗਈਆਂ ਆ। ਸੋ ਸਾਡੇ ਬੱਚੇ ਬਾਜੇ ਵੇਲੇ ਰਸਤਾ ਦੇਖਣ ਲੱਗ ਪੈਂਦੇ ਆ ਜਿਹਦੇ ਨਾਲ ਉਹਨਾਂ ਨੂੰ ਉਹ ਚੀਜ਼ਾਂ ਸਾਰੀਆਂ ਛੇਤੀ ਮਿਲ ਜਾਣ। ਜਿੱਦਾਂ ਤੁਸੀਂ ਕਿਹਾ ਕਿ ਇਹ ਸਾਡੇ ਤੇ ਵੀ ਡਿਪੈਂਡ ਕਰਦਾ ਹੈ। ਸਰਕਾਰਾਂ ਪੈਸੇ ਦੇ ਸਕਦੀਆਂ ਨੇ, ਸਰਕਾਰਾਂ ਪ੍ਰੋਗਰਾਮ ਚਲਾ ਸਕਦੀਆਂ ਨੇ। ਹੁਣ ਸਰਕਾਰਾਂ ਨੇ ਪ੍ਰੋਗਰਾਮ ਤਾਂ ਚਲਾਏ ਹੋਏ ਨੇ, ਪਰ ਇਹ ਹੈ ਕਿ ਕੋਈ ਉਹਨੂੰ ਅਟੈਂਡ ਵੀ ਕਰ ਰਿਹਾ ਜਾਂ ਨਹੀਂ ਕਰ ਰਿਹਾ, ਕਿ ਉਸ ਦੇ ਵਿੱਚ ਕੋਈ ਰਜਿਸਟਰ ਵੀ ਹੋ ਰਿਹਾ ਜਾਂ ਨਹੀਂ ਹੋ ਰਿਹਾ, ਜਾਂ ਉਸ ਦੇ ਲਈ ਸਾਨੂੰ ਜਾਗਰੂਕਤਾ ਹੈਗੀ ਹੈ ਕਿ ਕੋਈ ਪ੍ਰੋਗਰਾਮ ਹੈਗੇ ਵੀ ਹੈ ਜਾਂ ਨਹੀਂ ਹੈਗੇ। ਸੋ ਇਹ ਚੀਜ਼ਾਂ ਨੂੰ ਵੀ ਜਾਗਰੂਕਤਾ ਦੀ ਲੋੜ ਹੈ, ਇਹਦੇ ਲਈ ਵੀ ਜਿਹੜੇ ਕਦਮ ਚੁੱਕਣ ਦੀ। ਇਹ ਜਿਹੜੇ ਪ੍ਰੋਗਰਾਮਸ ਹੈਗੇ ਆ ਨਾ, ਇਹਨਾਂ ਦੀ ਬੱਚੇ ਸਕੂਲ ਵਿੱਚ ਹੀ ਆਈਡੈਂਟੀਫਾਈ ਕਰਨੇ ਆ, ਪੈਰੈਂਟਸ ਦੀ ਵੀ ਅਸਿਸਟੈਂਸ ਨਾਲ ਹੀ ਹੋਊਗੀ। ਇਹ ਪ੍ਰੋਗਰਾਮਸ ਡਿਲੀਵਰ ਹੋਣਗੇ ਤੇ ਇਹਨਾਂ ਦੀ ਅਸੈਸਮੈਂਟ ਵੀ ਹੋਊਗੀ, ਓਕੇ, ਬਿਕਾਜ਼ ਦੇ ਆਰ ਇਨ ਦਾ ਪਬਲਿਕ ਸਕੂਲ ਸਿਸਟਮ। ਸੋ ਇਹ ਪ੍ਰੋਗਰਾਮ ਦੇ ਨਾਲ ਹੁਣ ਜਿਵੇਂ ਅਸੀਂ ਡਰੱਗਸ ਦਾ ਵੀ ਗੱਲ ਕਰ ਰਹੇ ਹੈਗੇ ਆ ਕਿ ਇਲਿਸਿਟ ਡਰੱਗਸ ਦਾ ਵੀ ਬਹੁਤ ਵੱਡਾ ਇਸ਼ੂ ਸਾਡੇ BC ਦੇ ਵਿੱਚ ਦੇਖਣ ਨੂੰ ਮਿਲ ਰਿਹਾ ਆ। ਹੁਣ ਅੱਜ ਜਿਹੜੀ ਕੋਰਨਰ ਦੀ ਰਿਪੋਰਟ ਆਈ ਆ, ਉਸ ਰਿਪੋਰਟ ਨੂੰ ਦੇਖ ਕੇ ਜਿਹੜੇ ਅੰਕੜੇ ਆ ਬਹੁਤ ਖਤਰਨਾਕ ਲੱਗਦੇ ਆ। 201 ਮੌਤਾਂ, ਰੈਕਰਡ ਮੌਤਾਂ ਜਿਹੜੀਆਂ ਨੇ ਇੱਕ ਮਹੀਨੇ, ਜਿਹੜਾ 10ਵਾਂ ਮਹੀਨਾ ਲੰਘ ਕੇ ਗਿਆ ਉਸ ਮਹੀਨੇ ਦੇ ਵਿੱਚ ਹੋਈਆਂ ਨੇ। ਲਗਾਤਾਰ 20ਵਾਂ ਮਹੀਨਾ ਆ ਇਹ ਪੂਰੇ ਸਾਲ 'ਚ, ਜਦੋਂ ਦਾ ਕੋਵਿਡ ਸ਼ੁਰੂ ਹੋਇਆ ਉਸ ਉਹ ਉਨੀਆਂ ਮੌਤਾਂ ਕੋਵਿਡ ਨਾਲ ਨਹੀਂ ਹੋਈਆਂ ਜਿੰਨੀਆਂ ਇਲਿਸਿਟ ਡਰੱਗਸ ਦੇ ਨਾਲ ਹੋਈਆਂ ਨੇ। ਸੋ 100 ਤੋਂ ਜ਼ਿਆਦਾ ਮੌਤਾਂ ਤਾਂ ਰਿਪੋਰਟ ਹੁੰਦੀਆਂ ਹੀ ਹੁੰਦੀਆਂ ਨੇ, ਕਿਸੇ ਮਹੀਨੇ 150, ਕਿਸੇ ਮਹੀਨੇ 140। ਸੋ ਇਹ ਮੌਤਾਂ ਜਿਹੜੀਆਂ ਰਿਪੋਰਟ ਹੋ ਰਹੀਆਂ ਨੇ, ਸਰਕਾਰਾਂ ਦੇ ਵੱਲੋਂ ਇਹਨਾਂ ਦੇ ਲਈ ਜਿਹੜਾ ਆ ਉਹ ਕਦਮ ਚੁੱਕੇ ਜਾ ਰਹੇ ਨੇ। ਲੋਕਾਂ ਨੂੰ ਕਿਹਾ ਜਾ ਰਿਹਾ, ਇੱਕ ਤਾਂ ਬਾਰਡਰ ਹੋਣ ਕਰਕੇ, ਬੰਦ ਹੋਣ ਕਰਕੇ, ਜਦੋਂ ਰਹੇ ਆ ਪਹਿਲਾਂ ਬੰਦ, ਨਸ਼ਾ ਨਹੀਂ ਆਇਆ, ਸੋ ਗਲਤ ਨਸ਼ਾ ਜਿਹੜਾ ਮਾਰਕੀਟ ਦੇ ਵਿੱਚ ਰਿਹਾ, ਕਿਉਂਕਿ ਜਿਹੜੇ ਨਸ਼ੇ ਵਾਲੇ ਆ ਉਹ ਹੌਲੀ ਹੌਲੀ ਹਟਦੇ ਆ ਨਸ਼ੇ ਤੋਂ, ਉਹਨਾਂ ਨੂੰ ਹਟਾਉਣ ਦੇ ਪ੍ਰੋਗਰਾਮ ਵੀ ਹੈਗੇ ਨੇ। ਪਰ ਸਰਕਾਰ ਹੋਰ ਕੀ ਕਰ ਰਹੀ ਹੈ, ਕਿਉਂਕਿ ਅੰਕੜਾ ਦਿਨੋਂ ਦਿਨ ਘਟਣ ਦੀ ਥਾਂ ਤੇ ਵੱਧਦਾ ਜਾ ਰਿਹਾ। ਦੇਖੋ, ਜਦੋਂ ਸਾਡੀ ਸਰਕਾਰ ਬਣੀ ਸੀਗੀ ਪਹਿਲੇ 2 ਸਾਲ ਦੇ ਵਿੱਚ ਅੰਕੜੇ ਥੱਲੇ ਨੂੰ ਜਾਣ ਲੱਗ ਪਏ ਸੀਗੇ। ਜਦੋਂ ਤੁਸੀਂ ਗ੍ਰਾਫ ਦੇਖਿਓ, ਬਾਜੇ ਵੇਲੇ ਦੇਖਿਓ, ਨੰਬਰ ਮੈਨੂੰ ਹੁਣ ਯਾਦ ਨਹੀਂ ਗਏ ਹੈਗੇ, ਕਾਫੀ ਥੱਲੇ ਚੱਲ ਗਏ ਸੀਗੇ। ਫਿਰ ਆਪਣੇ ਕੋ ਆ ਗਿਆ ਕੋਵਿਡ ਦੇ ਵਿੱਚ ਜਿਹੜੇ ਮੈਂਟਲ ਹੈਲਥ ਇਸ਼ੂ ਸੀਗੇ ਉਹ ਕਾਫੀ ਵੱਧ ਗਏ ਆ। ਜਿਹੜੀਆਂ ਮੈਜੋਰਿਟੀ ਮੌਤਾਂ ਹੁੰਦੀਆਂ ਆ ਉਹਨਾਂ ਦੀਆਂ ਹੁੰਦੀਆਂ ਜਿਹੜੇ ਇਕੱਲੇ ਹੋ ਕੇ ਨਸ਼ਾ ਕਰਦੇ ਆ, ਇਕੱਲੇ ਹੋ ਕੇ। ਆਪਾਂ ਨੂੰ ਇਹ ਵੀ ਨਹੀਂ ਸੋਚਣਾ ਚਾਹੀਦਾ ਇਹ ਮੌਤਾਂ ਉਹਨਾਂ ਦੀਆਂ ਹੋ ਰਹੀਆਂ ਜਿਹੜੀਆਂ ਸਟਰੀਟ ਤੇ ਰਹਿੰਦੇ ਆ ਜੀ। ਇਹ ਵੀ ਨਹੀਂ ਸੋਚਣਾ ਚਾਹੀਦਾ ਇਹ ਗਰੀਬ ਘਰ 'ਚ ਆ। ਇਹ ਮੌਤਾਂ ਵੱਡੇ ਘਰਾਂ 'ਚ ਵੀ ਹੋ ਰਹੀਆਂ ਆ, ਇਹ ਮੌਤਾਂ ਜੀ ਛੋਟੇ ਘਰਾਂ 'ਚ ਵੀ ਹੋ ਰਹੀਆਂ ਆ, ਇਹ ਮੌਤਾਂ ਸਾਡੇ ਘਰਾਂ 'ਚ ਵੀ ਹੋ ਰਹੀਆਂ, ਇਹ ਮੌਤਾਂ ਦੂਸਰੇ ਕਮਿਊਨਿਟੀ ਵਿੱਚ ਵੀ ਹੋ ਰਹੀਆਂ ਆ ਜੀ। ਸੋ ਇਹ ਹੈਗੀ ਆ ਸਾਡੀ ਦੂਸਰੀ ਪੈਂਡੈਮਿਕ। ਇਹ ਵੀ ਪੈਂਡੈਮਿਕ ਹੀ ਹੈਗੀ ਆ। ਜਿਹੜੀ ਡਰੱਗ ਸਪਲਾਈ ਸੀਗੀ ਉਹ ਇੰਟਰਪਟਡ ਹੋ ਗਈ ਕਰਕੇ, ਸਪਲਾਈ ਚੇਨ ਬੰਦ ਸੀਗੀਆਂ ਤੇ ਉਹਨਾਂ ਦੇ ਵਿੱਚ ਮਿਲਾਵਟ ਬਹੁਤ ਪੈ ਰਹੀ ਹੈ। ਜਦੋਂ ਤੁਸੀਂ ਇੱਕ ਨਸ਼ੇ ਨੂੰ ਲਿਜਾ ਕੇ ਉਹਦੇ ਵਿੱਚ ਹੋਰ ਮਿਲਾਵਟ ਪਾਵੋ ਜਿਹੜੀ ਛੇਤੀ ਚੜ੍ਹ ਜਾਵੇ, ਉਹਦੇ ਨਾਲ ਵੀ ਖਤਰਾ ਹੁੰਦਾ ਹੈ। ਸੋ ਬਾਜੇ ਵੇਲੇ ਪਤਾ ਨਹੀਂ ਲੱਗਦਾ। ਦੇਖੋ, ਜਿਹੜਾ ਕੋਵਿਡ ਆ ਉਹਦੇ ਲਈ ਤਾਂ ਆਪਾਂ ਟੀਕਾ ਲਾ ਦੇਈਦਾ, ਵੈਕਸੀਨ ਹੈਗੀ ਆ। ਇਹਦੇ ਲਈ ਕਿਉਂਕਿ ਇੱਦਾਂ ਫੈਲਿਆ, ਇਟਸ ਅ ਹਿਡਨ ਪੈਂਡੈਮਿਕ। ਤੁਹਾਨੂੰ ਨਹੀਂ ਪਤਾ ਵੀ ਕਿਹੜਾ ਸ਼ਾਮ ਨੂੰ ਨਸ਼ਾ ਕਰਦਾ ਆਪਣੇ ਕਮਰੇ 'ਚ ਜਾ ਕੇ ਜਾਂ ਦੋਸਤ ਮਿੱਤਰਾਂ ਦੇ ਨਾਲ। ਦਿਨ ਨੂੰ ਬੜੇ ਸੋਹਣੇ ਕੰਮ ਕਰਦੇ। ਜੇ ਉਹ ਨਾ ਚਾਹੁਣ ਵੀ ਅਸੀਂ ਹਟੀਏ, ਤੁਸੀਂ ਮਿਲਾਵਟ ਦਾ ਤਾਂ ਹੁਣ ਪੂਰਾ ਜ਼ੋਰ ਲਾ ਰਹੇ ਆ ਵੀ ਕਿਸੇ ਤਰ੍ਹਾਂ ਇਹ ਵੀ ਕਹਿ ਦਿੱਤਾ ਵੀ ਜਿਹੜੇ ਵੀ ਇਸ ਤਰ੍ਹਾਂ ਦੇ ਹੈਗੇ ਆ ਵੀ ਇਹਨਾਂ ਨੂੰ ਡੀਕ੍ਰਿਮੀਨਲਾਈਜ਼ ਕਰ ਦਿਓ ਜੀ, ਵੀ ਲੋਕਾਂ ਨੂੰ ਜੇਲ੍ਹ ਦਾ ਨਾ ਡਰ ਹੋਵੇ ਤੇ ਜਿਹੜਾ ਵੀ ਬੰਦਾ ਆਪਣੇ ਆਪ
ਜਿੰਨਾ ਕੁ ਉਹਨਾਂ ਨੇ ਵਰਤਣਾ ਉਹਦੇ ਉੱਪਰ ਹੋਵੇ, ਉਹਨੂੰ ਕ੍ਰਿਮੀਨਲ ਨਾ ਬਣਾਓ ਨਾ ਬਣਾ ਜਾਂ ਫਿਰ ਸ਼ਾਇਦ ਉਹ ਲੁਕ ਕੇ ਨਾ ਕਰਨਗੇ। ਬਟ ਇਹ ਜਿਹੜੀ ਸਮੱਸਿਆ ਆ ਬਹੁਤ ਵੱਡੀ ਆ। ਇਹ ਸਮੱਸਿਆ ਸਿਰਫ ਸਰਕਾਰ ਜਿੰਨੇ ਮਰਜ਼ੀ ਕਾਨੂੰਨ ਪਾਸ ਕਰ ਦੇਵੇ ਨਾ ਇਹ ਕਾਨੂੰਨਾਂ ਨਾਲ ਹੱਲ ਹੋਣਾ ਹੈ। ਇਹਨੂੰ ਆਪਾਂ ਇੱਕ ਬਿਮਾਰੀ ਸਮਝ ਕੇ ਤੁਰਨਾ ਪੈਣਾ ਹੈ ਜੀ। ਇੱਕ ਅਸੀਂ ਡਰ ਜਾਈਦਾ ਆ ਕਿਸੇ ਨੂੰ ਦੱਸਣ ਨੂੰ, ਨਹੀਂ ਸਾਡਾ ਬੱਚਾ ਜਾਂ ਸਾਡੀ ਬੇਟੀ ਜਾਂ ਮੇਰਾ ਹਸਬੈਂਡ ਜਾਂ ਮੇਰਾ ਫਾਦਰ ਵੀ ਉਹ ਕਰ ਰਹੇ ਆ ਡਰੱਗਸ। ਸਾਨੂੰ ਸ਼ਰਮਿੰਦਗੀ ਹੁੰਦੀ ਆ ਵੀ ਉਹਨਾਂ ਨੂੰ ਜੇ ਮੈਂਟਲ ਇਸ਼ੂਜ਼ ਵੀ ਹੋਣ, ਜੀ, ਡਿਪਰੈਸ਼ਨ ਵਿੱਚ ਵੀ ਹੋਣ, ਬਹੁਤ ਸਾਰੇ ਸਾਇਨਸ ਹੁੰਦੇ ਆ। ਇੱਕਦਮ ਬੰਦਾ ਚੁੱਪ ਕਰਕੇ ਸ਼ਾਂਤ ਬੈਠਾ, ਘੰਟਾ ਬਾਅਦ ਐਨ ਤਾਂ ਦੌੜਾ ਫਿਰਦਾ ਆ, ਇਹ ਤੁਹਾਡੇ ਕੋਲ ਬਹੁਤ ਵੱਡਾ ਸਿਗਨਲ ਹੈਗਾ ਆ ਵੀ ਕੁਛ ਨਾ ਕੁਛ ਤਾਂ ਗਲਤ ਆ। ਬਿਲਕੁਲ। ਸਾਨੂੰ ਖੁੱਲ੍ਹ ਕੇ ਸਮਾਜ ਵਿੱਚ ਇਹ ਗੱਲਬਾਤ ਕਰਨੀ ਪੈਣੀ ਆ। ਤੇ ਹੁਣ ਦੇਖੋ ਆਪਣੇ ਵੀ ਸਰੀ ਦੇ ਵਿੱਚ ਦੈਟਸ ਅ ਕਲਚਰਲੀ ਸੈਂਸਿਟਿਵ ਕਲੀਨਿਕ ਜਿਹੜੀ ਖੁੱਲ੍ਹੀ ਸੀਗੀ। ਫਾਊਂਡਰੀਜ਼ ਬਹੁਤ ਖੁੱਲ੍ਹੀਆਂ ਆ, ਆਨਲਾਈਨਸ ਬਹੁਤ ਆ। ਆਪਣੇ ਡਾਕਟਰ ਕੋਲ ਜਾਵੋ। ਆਨਲਾਈਨਸ ਦੈਟਸ ਲੋਟਸ ਆਫ ਸਪੋਰਟਸ ਫॉर ਜਿਹੜੇ ਪਰਿਵਾਰ ਆ ਉਹਨਾਂ ਦੇ ਲਈ ਵੀ। ਆਪਣੇ ਕੋਲ ਮਿਨਿਸਟਰੀ ਹੈਗੀ ਆ ਪੂਰੀ ਡਿਵੋਟਡ ਟੂ ਮੈਂਟਲ ਹੈਲਥ ਐਂਡ ਡਰੱਗ ਐਂਡ ਐਲਕੋਹਲ ਐਡਿਕਸ਼ਨਸ। ਬਾਜੀ ਵੇਲੇ ਮੈਂ ਕਾਉਂਸਲਿੰਗ ਕੀਤੀ ਆ ਬਹੁਤ, ਕਈਆਂ ਨੂੰ ਪਤਾ ਹੈ ਜਦੋਂ ਮੈਂ ਸਕੂਲ ਦੇ ਵਿੱਚ ਸੀਗੀ ਇਸ ਤਰ੍ਹਾਂ ਦੇ ਇਸ਼ੂਜ਼ ਦੀ। ਬਾਜੀ ਵੇਲੇ ਲੱਗਦਾ ਆ ਵੀ ਇਹ ਜਿਹੜੀ ਗੱਲ ਆ ਵੀ ਹੱਥ ਚੋਂ ਹੀ ਨਿਕਲ ਗਈ, ਨਿਕਲੀ ਜਾਂਦੀ ਆ। ਸੋ ਆਪਾਂ ਜਿਹੜਾ ਮੈਂਟਲ ਹੈਲਥ ਇਸ਼ੂਜ਼ ਆ ਨਾ ਉਹਨਾਂ ਨੂੰ ਐਡਰੈਸ ਵੀ ਕਰਨਾ ਪੈਣਾ ਹੈ। ਕਿਉਂਕਿ ਜਿੰਨਾ ਚਿਰ ਮੈਂਟਲ ਹੈਲਥ ਇਸ਼ੂਜ਼ ਨਹੀਂ ਐਡਰੈਸ ਹੁੰਦੇ ਆ ਨਹੀਂ ਜਾਣੇ। ਬਿਲਕੁਲ। ਜਿਹੜੀਆਂ ਮੌਤਾਂ ਸਟਰੀਟਾਂ 'ਚ ਹੁੰਦੀਆਂ ਹੈ ਨਾ ਉਹ ਇੰਨੀਆਂ ਵੱਡੀਆਂ ਹੈ ਨਹੀਂ ਜਿੰਨੀਆਂ ਘਰਾਂ 'ਚ ਹੋ ਰਹੀਆਂ। ਸੋ ਜਿਹੜੇ ਫਰੈਂਡਸ ਆ ਉਹਨਾਂ ਦਾ ਵੀ ਰੋਲ ਹੈਗਾ ਆ, ਆਪਣੇ ਸਾਰਿਆਂ ਦਾ ਹੈਗਾ ਆ। ਇਸ ਤਰ੍ਹਾਂ ਨਾ ਆਪਾਂ ਟਰੀਟ ਕਰੀਏ ਵੀ ਇਹ ਬੰਦਾ ਕ੍ਰਿਮੀਨਲ ਆ ਜਾਂ ਇਹਦੇ ਛਿੱਤਰ ਮਾਰੀਏ ਜਾਂ ਇਹਨੂੰ ਆ ਕਹੀਏ। ਆਪਾਂ ਨੂੰ ਸੋਚਣਾ ਚਾਹੀਦਾ ਇਹ ਬਿਮਾਰ ਆ, ਦੀ ਹੈਲਪ ਕਿਵੇਂ, ਇਹਦੀ ਬਿਮਾਰੀ ਲਈ ਇਹਦਾ ਇਲਾਜ ਕਿੱਦਾਂ ਕਰੀਏ। ਕਿਸੇ ਨੇ ਕਿਸੇ ਦੇ ਕਹੇ ਤੇ ਡਰੱਗਸ ਨਹੀਂ ਛੱਡਣੇ। ਇਹ ਜਿਹੜੀ ਬਿਮਾਰੀ ਜਦੋਂ ਅੰਦਰੋਂ ਲੱਗ ਜਾਵੇ ਨਾ, ਬੰਦਾ ਉੱਠ ਕੇ ਸਵੇਰ ਨੂੰ ਜਿੱਦਾਂ ਜੇ ਸਿਗਰਟ ਛੱਡਣੀ ਤੁਹਾਨੂੰ ਹੈਲਪ ਚਾਹੀਦੀ ਆ ਉਹ ਤਾਂ ਫਿਰ ਵੀ ਬੰਦਾ ਛੱਡ ਦਊਗਾ। ਐਲਕੋਹਲ ਜਿਹੜੇ ਹੁੰਦੇ ਆ ਉਹਨਾਂ ਨੂੰ ਵੀ ਹੈਲਪ ਦੀ ਲੋੜ ਹੁੰਦੀ ਆ। ਅੰਦਰੋਂ ਕਹਿਣਾ ਪੈਂਦਾ ਵੀ ਮੈਂ ਨਹੀਂ ਗਾਂ ਕਰਨੀ, ਪਰ ਫਿਰ ਵੀ ਹੈਲਪ ਦੀ ਲੋੜ ਹੁੰਦੀ ਆ। ਪਰ ਆਹ ਜਿਹੜੇ ਡਰੱਗ ਐਡਿਕਸ਼ਨਸ ਇਹਨਾਂ ਨੂੰ ਵੀ, ਪਰ ਆਹ ਜਿਹੜੀ ਮਿਲਾਵਟ ਆ ਨਾ ਜੀ, ਇਹ ਵੀ ਬਹੁਤ ਵੱਡੀ ਗੱਲ ਹੈਗੀ ਆ। ਇਹਨੂੰ ਵੀ ਰੋਕਣਾ ਪੈਣਾ ਆ। ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹ ਦੂਸਰੇ ਮੁਲਕਾਂ 'ਚ ਆ ਕੇ ਮਿਲਾਵਟ ਹੁੰਦੀ ਆ। ਆਪਾਂ ਨੂੰ ਪਤਾ ਮਿਲਾਵਟ ਇੱਥੇ ਵੀ ਆ, ਗੋਲੀਆਂ ਇੱਥੇ ਵੀ ਬਣ ਰਹੀਆਂ ਆ। ਜੇ ਆਪਾਂ ਨੂੰ ਪਤਾ ਆ ਰਿਪੋਰਟ ਇਟ। ਸਾਰਿਆਂ ਦੀ ਜ਼ਿੰਮੇਵਾਰੀ ਹੈਗੀ। ਬਿਲਕੁਲ। ਕਈਆਂ ਨੂੰ ਪਤਾ ਆ, ਉਹ ਕਹਿੰਦੇ ਯਾਰ ਪਹਿਲਾਂ ਪਤਾ ਸੀਗਾ ਵੀ ਇਹ ਬੰਦਾ ਨਸ਼ਾ ਹੀ ਕਰਦਾ ਆ, ਪਰ ਕੀ ਕਹਿਣ ਦਾ ਫਾਇਦਾ ਜਦੋਂ ਮਰ ਗਿਆ। ਬਿਲਕੁਲ। ਜੇ ਕਿਸੇ ਦੀ ਲੱਤ ਟੁੱਟੀ ਹੋਊਗੀ ਆਪਾਂ ਨੂੰ ਦਿਸਦੀ ਹੈ। ਜੇ ਕੋਈ ਬਿਮਾਰ ਹੋਊਗਾ ਨਸ਼ਿਆਂ ਤੇ ਉਦੋਂ ਹੀ ਦੱਸਦਾ ਜਦੋਂ ਨਸ਼ਾ ਕੀਤਾ ਹੋਵੇ। ਪਰ ਸਾਇੰਸ ਹੁੰਦੇ ਆ, ਸਾਇੰਸ ਹੁੰਦੇ ਆ। ਤੁਸੀਂ ਜੇ ਤੁਹਾਡਾ ਫਰੈਂਡ ਕੋਈ ਚੁੱਪਚਾਪ ਰਹਿੰਦਾ ਆ, ਜੇ ਤੁਹਾਡਾ ਨੇਬਰ ਅੱਗੇ ਰਲ ਮਿਲ ਕੇ ਰਹਿੰਦਾ ਸੀ ਹੁਣ ਥੋੜਾ ਦੂਰ ਰਹਿਣ ਲੱਗ ਪਿਆ ਆ, ਬਹੁਤ ਸਾਰੇ ਸਾਈਨ ਹੁੰਦੇ ਆ। ਜੇ ਤੁਹਾਡਾ ਬੱਚਾ ਸ਼ਾਂਤ ਹੁੰਦਾ ਆ ਪਰ ਪਤਾ ਨਹੀਂ ਉੱਪਰ ਕਮਰੇ ਨੂੰ ਜਾਂਦਾ ਘੰਟੇ ਤੋਂ ਬਾਅਦ ਤਾਂ ਏਦਾਂ ਦੌੜਾ ਫਿਰਦਾ ਆ ਵੀ ਜਿੱਦਾਂ ਵੀ ਕੁਛ ਹੈ ਹੀ ਨਹੀਂ। ਹੁਣ ਉਹਨੂੰ ਭੁੱਖ ਲੱਗਦੀ ਆ ਤੇ ਗਾਂ ਤੋਂ ਖਾਣੋਂ ਹੀ ਨਹੀਂ ਭੁੱਖ ਨਹੀਂ ਲੱਗਦੀ, ਫਿਰ ਖਾਣੋਂ ਹੀ ਨਹੀਂ ਹਟਦਾ। ਰਾਈਟ। ਸੋ ਆਲ ਆਫ ਦੋਜ਼ ਆਰ ਸਾਇਨਸ। ਜਿਹੜਾ ਬੱਚਾ ਕਿ ਖੁੱਲ੍ਹ ਮਿਲ ਕੇ ਸਾਰਿਆਂ ਨਾਲ ਮਿਲਦਾ ਵਰਤਦਾ ਸੀਗਾ ਹੁਣ ਨਹੀਂ। ਜਿਹੜਾ ਇਨਸਾਨ ਅੱਗੇ ਪਾਰਟੀਆਂ ਜਾ ਕੇ ਖੁਸ਼ ਹੁੰਦਾ ਸੀਗਾ ਹੁਣ ਘਰੋਂ ਹੀ ਨਹੀਂ ਨਿਕਲਣ ਨੂੰ ਉਹਦਾ ਜੀ ਕਰਦਾ। ਸੋ ਮੈਂਟਲ ਇਲਨੈਸ ਇਜ਼ ਅ ਵੈਰੀ ਸੀਰੀਅਸ ਇਸ਼ੂ। ਉਹ ਡਰੱਗ ਐਂਡ ਐਲਕੋਹਲ ਜਿਹੜੀ ਓਪੀਓਇਡ ਡੈਥ ਹੋ ਰਹੀ ਆ ਉਹਨਾਂ ਦੇ ਪਿੱਛੇ ਬਹੁਤ ਵੱਡਾ ਹਿੱਸਾ ਜਿਹੜਾ ਹੈਗਾ ਆ ਉਹ ਮੈਂਟਲ ਇਸ਼ੂਜ਼ ਸੀ। ਬਿਲਕੁਲ। ਹੁਣ ਸਰਕਾਰਾਂ ਦੇ ਵੱਲੋਂ ਕਿਟਸ ਵੀ ਉਪਲਬਧ ਕਰਵਾਈਆਂ ਗਈਆਂ ਨੇ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਦੇ ਵਿੱਚ ਕੋਈ ਹੈਗਾ ਤਾਂ ਉਹ ਤੁਸੀਂ ਐਮਰਜੈਂਸੀ ਆਪਦੇ ਕੋਲ ਰੱਖੋ। ਤੁਸੀਂ ਤੁਹਾਨੂੰ ਲੱਗਦਾ ਹੈ ਕੋਈ ਪਾਰਕ ਦੇ ਵਿੱਚ ਦੇਖਦੇ ਆ, ਤੁਸੀਂ ਕਿਸੇ ਨੂੰ ਆਸੇ-ਪਾਸੇ ਦੇਖਦੇ ਆ, ਰਿਪੋਰਟ ਜ਼ਰੂਰ ਕਰੋ। ਸੋ ਕਲੈਕਟਿਵਲੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਪਰ ਸਰਕਾਰਾਂ ਵੀ ਆਪਦੇ ਵੱਲੋਂ ਯੋਗਦਾਨ ਪਾ ਰਹੀਆਂ ਜਿਵੇਂ ਤੁਸੀਂ ਦੱਸਿਆ। ਹੁਣ ਅੰਤ ਦੇ ਵਿੱਚ ਅਸੀਂ ਵੇਰੀਐਂਟ ਦੀ ਵੀ ਗੱਲ ਕਰ ਲੈਂਦੇ ਹਾਂ। ਜਿਨੀ ਜਦੋਂ ਅਸੀਂ ਕੋਵਿਡ ਦੀ ਗੱਲ ਕਰਦੇ ਹਾਂ ਉਹ ਅਜੇ ਵੀ ਵੇਰੀਐਂਟ ਇੱਥੇ ਆ। ਅਜੇ ਬਹੁਤ ਲੋਕ ਜਿਹੜੇ ਅਜੇ ਵੀ ਕਹਿ ਰਹੇ ਨੇ ਕਿ ਨਹੀਂ ਇਹ ਕੁਛ ਨਹੀਂ ਹੈਗਾ, ਕੋਈ ਵੇਰੀਐਂਟ ਨਹੀਂ, ਅਸੀਂ ਦੇਖ ਰਹੇ ਹਾਂ, ਬੂਸਟਰ ਡੋਜ਼ਸ ਵੀ
ਲੱਗ ਰਹੀਆਂ 5 ਤੋਂ 11 ਸਾਲ ਦੇ ਬੱਚਿਆਂ ਦੇ ਵੀ ਹੁਣ ਤਾਂ ਵੈਕਸੀਨ ਲੱਗਣ ਲੱਗ ਗਈ ਆ ਬਹੁਤ ਸਾਰੇ ਲੋਕ ਮੈਂ ਕਹੂੰਗੀ ਕਿ ਬਹੁਤ ਥੋੜੇ ਲੋਕ ਰਹਿ ਗਏ ਨੇ ਪਰ ਬਹੁਤ ਸਾਰੇ ਲੋਕ ਸਾਥ ਦੇ ਰਹੇ ਨੇ ਬਹੁਤ ਸਾਰੇ ਲੋਕ ਵੈਕਸੀਨ ਲਗਵਾ ਰਹੇ ਨੇ ਅਸੀਂ ਦੇਖਿਆ ਹੈ ਕਿ ਹੁਣ ਚਾਹੇ ਮਾਸਕ ਅਸੀਂ ਲਗਾ ਕੇ ਜਾਂਦੇ ਹਾਂ ਅਸੀਂ ਦੇਖਦੇ ਹਾਂ ਕਿ ਅਸੀਂ ਡਿਸਟੈਂਸ ਰੱਖਦੇ ਹਾਂ ਅਸੀਂ ਕਲੀਨਲੀਨੈਸ ਥੋੜੀ ਬਹੁਤ ਘੱਟ ਕਰਦੇ ਹਾਂ ਜਿਵੇਂ ਅਸੀਂ ਅੱਗੇ ਸੈਨੀਟਾਈਜ਼ਰ ਹਮੇਸ਼ਾ ਕਰਦੇ ਸੀ ਹੁਣ ਥੋੜਾ ਘੱਟ ਕਰਦੇ ਹਾਂ ਪਰ ਇਹ ਹੈ ਕਿ ਬੂਸਟਰ ਡੋਜ਼ ਜਿਹੜੀ ਆ ਉਹ ਹੁਣ ਕਹੀ ਜਾ ਰਹੀ ਹੈ ਹੁਣ 65 ਸਾਲ ਤੋਂ ਉੱਤਿਆਂ ਦੇ ਬੂਸਟਰ ਡੋਜ਼ ਦੇ ਇਨਵੀਟੇਸ਼ਨ ਵੀ ਆਉਣ ਲੱਗ ਗਿਆ ਕੀ ਕਹੋਗੇ ਹੁਣ ਜਿਹੜਾ ਨਵਾਂ ਵੇਰੀਐਂਟ ਆ ਰਿਹਾ ਕਿਸ ਤਰ੍ਹਾਂ ਦੇ ਨਾਲ ਅੱਗੇ ਚੱਲ ਕੇ ਅਸੀਂ ਦੇਖ ਰਹੇ ਹਾਂ ਜਿਹੜਾ ਓਮਿਕਰੋਨ ਵੇਰੀਐਂਟ ਆ ਰਿਹਾ ਉਹਦੀ ਹਾਲੇ ਸਟੱਡੀ ਹੋ ਰਹੀ ਆ ਇੱਕ ਗੱਲ ਆਪਾਂ ਨੂੰ ਜ਼ਰੂਰ ਪਤਾ ਉਹ ਫੈਲਦਾ ਬਹੁਤ ਜ਼ਿਆਦਾ ਆ ਅੱਜ ਇੰਗਲੈਂਡ ਦੇ ਨੰਬਰ ਵੀ ਆਏ ਸੀਗੇ ਤੇ ਯੂਰੋਪੀਅਨ ਕੰਟਰੀਜ਼ ਦੇ ਆਉਣ ਲੱਗ ਪਏ ਆ ਪਰ ਹਾਲੇ ਸਟੱਡੀ ਕਰ ਰਹੇ ਆ ਵੀ ਫੈਲਦਾ ਜ਼ਿਆਦਾ ਆ ਵੀ ਪਰ ਉਹਦਾ ਅਸਰ ਕੀ ਆ ਬਿਕਾਜ਼ ਇਟਸ ਅ ਨਿਊ ਵੇਰੀਐਂਟ ਆਪਣੇ ਕੋਲ ਹਾਲੇ ਇੰਨਾ ਇਨਫੋਰਮੇਸ਼ਨ ਹੈ ਨਹੀਂਗਾ ਆਪਾਂ ਨੂੰ ਪਤਾ ਆ ਜੇ ਆਪਾਂ ਕੋਵਿਡ ਦਾ ਹੱਲ ਕਰਨਾ ਆਪਣੇ ਆਪ ਨੂੰ ਬਚਾਉਣਾ ਵਾਸ਼ ਯੋਰ ਹੈਂਡਸ wear a mask inside even if you go to the gurdwara if there's more than 50% capacity they have to be wearing a mask if you're not vaccinated if you go into halls you wear a mask unless you're sitting down ਆਪਾਂ ਨਾ ਹੁਣ ਹਾਕੀ ਗੇਮ ਦੇਖ ਸਕਦੇ ਆ ਨਾ ਰੈਸਟੋਰੈਂਟਸ ਜਾ ਸਕਦੇ ਆ ਨਾ ਹਾਲਸ ਜਾ ਸਕਦੇ ਆ ਗੁਰਦੁਆਰਿਆਂ ਵਿੱਚ ਜੇ ਫੁੱਲ ਕਪੈਸਿਟੀ ਆ ਫਿਰ ਵੀ ਨਹੀਂ ਜਾ ਸਕਦੇ ਵਿਦਆਊਟ ਡਬਲ ਵੈਕਸੀਨ ਮੈਨੂੰ ਬਹੁਤ ਖੁਸ਼ੀ ਹੈਗੀ ਵੀ ਸਰੀ ਪੈਨੋਰਾਮਾ ਦੇ ਵਿੱਚ 97 ਪੁਆਇੰਟ ਸਮਥਿੰਗ % ਲੋਕਾਂ ਨੇ ਵੈਕਸੀਨ ਦਵਾ ਲਈ ਹੈ 96% ਤੋਂ ਉੱਪਰ ਡਬਲ ਵੈਕਸੀਨੇਟਡ ਆ ਸੋ ਵਿਚ ਇਜ਼ ਗੁੱਡ ਨਿਊਜ਼ ਪਰ ਹਾਲੇ ਵੀ ਕਈ ਹੈਗੇ ਆ ਜਿਨ੍ਹਾਂ ਨੇ ਨਹੀਂ ਲਵਾਏ ਉਹਨਾਂ ਦੇ ਮੋਰੇ ਕੋਈ ਬੇਨਤੀ ਆ ਗੈਟ ਵੈਕਸੀਨੇਟਡ ਸੋ ਵੇਅਰ ਅ ਮਾਸਕ ਵਾਸ਼ ਯੋਰ ਹੈਂਡਸ ਆਫਟਨ ਕੀਪ ਯੋਰ ਡਿਸਟੈਂਸ ਐਂਡ ਗੈਟ ਵੈਕਸੀਨੇਟਡ ਆਪਾਂ ਨੂੰ ਪਤਾ ਆ ਜਿਹੜਾ ਨਵਾਂ ਵੇਰੀਐਂਟ ਵੀ ਹੈਗਾ ਆ ਜਿਨ੍ਹਾਂ ਦੇ ਵੈਕਸੀਨ ਲੱਗੀ ਆ ਉਹਨਾਂ ਕੋਲ ਫਿਰ ਵੀ ਡਿਫੈਂਸ ਹੈਗੀ ਆ ਹਾਲੇ ਗਾਂ ਜਿਹੜਾ ਬੂਸਟਰ ਸ਼ਾਟ ਆ ਕਈਆਂ ਨੂੰ ਲੱਗ ਗਿਆ ਕਈਆਂ ਨੂੰ ਦੌੜ ਕੇ ਜਾ ਕੇ ਜਿੱਦਣ ਉਹਨਾਂ ਦੀ ਵਾਰੀ ਆਈ ਮੈਂ ਵੀ ਉਡੀਕਦੀ ਆ ਮੇਰੀ ਵਾਰੀ ਵੀ ਹੁਣ ਛੇਤੀ ਆ ਜਾਣੀ ਹੈ ਕਰਕੇ ਉਹਨਾਂ ਨੇ 65 ਪਲੱਸ ਤੇ ਕਰ ਦਿੱਤਾ ਹੈ ਸੋ ਮੈਂ ਤਾਂ ਲਵਾਉਂਗੀ ਦੇਖੋ ਆਪਾਂ ਫਲੂ ਵੈਕਸੀਨ ਹਰੇਕ ਸਾਲ ਲਵਾਈ ਦੀ ਆ ਮੈਨੂੰ ਲੱਗਦਾ ਆ ਇਹਦਾ ਮੈਂ ਲੌਂਗ ਟਰਮ ਨਹੀਂ ਕਹਿ ਸਕਦੀ ਜੇ ਆਪਾਂ ਨੂੰ ਬੂਸਟਰ ਲੈਣਾ ਵੀ ਪਿਆ 6 ਮਹੀਨੇ ਤੋਂ ਬਾਅਦ ਤੇ ਆਪਣਾ ਬਚਾਅ ਹੋ ਜਾਊਗਾ ਆਈ ਐਮ ਵਿਲਿੰਗ ਟੂ ਟੇਕ ਦ ਬੂਸਟਰ ਮੇਰੀ ਪੜਦੋਤੀ ਹੈਗੀ ਆ ਜੀ ਉਹ ਹੁਣ 5 ਸਾਲਾਂ ਦੀ ਹੋਣਾ 5th of February ਉਹਨੂੰ ਪੂਰੀ ਤਰ੍ਹਾਂ ਤਿਆਰ ਕੀਤਾ ਫॉर her vaccine ਜਦੋਂ 5 ਦੀ ਹੋਏਗੀ ਉਦੋਂ ਦੀ ਵੈਕਸੀਨ ਲੱਗ ਜਾਏਗੀ ਸੋ ਜਰੂਰ ਸਾਨੂੰ ਜਿਹੜਾ ਆ ਘਰਾਂ ਦੇ ਵਿੱਚ ਵੀ ਗੱਲ ਕਰਨੀ ਚਾਹੀਦੀ ਹੈ ਬੱਚਿਆਂ ਨੂੰ ਜਿਹੜਾ ਜਰੂਰ ਵੈਕਸੀਨ ਜਿਹੜੀ ਲਗਵਾਉਣੀ ਚਾਹੀਦੀ ਹੈ ਪਰ ਹੁਣ ਅੱਜ ਸਾਡੀ ਬਹੁਤ ਚਿਰ ਬਾਅਦ ਗੱਲ ਹੋ ਰਹੀ ਹੈ ਇਸੇ ਕਰਕੇ ਬਹੁਤ ਸਾਰੇ ਇਸ਼ੂ ਨੇ ਜਿਨ੍ਹਾਂ ਦੇ ਉੱਤੇ ਗੱਲ ਕਰਨੀ ਬਣਦੀ ਹੈ ਪਰ ਇੱਕ ਵਾਰੀ ਸਾਨੂੰ ਸਰੀ ਹਸਪੀਟਲ ਦੇ ਉੱਤੇ ਵੀ ਦੱਸੋ ਕਿ ਕਿਸ ਤਰ੍ਹਾਂ ਬਣ ਰਿਹਾ ਹੈਗਾ ਕਿਉਂਕਿ ਬਹੁਤ ਸਾਰੇ ਲੋਕ ਅਜੇ ਵੀ ਸ਼ਿਕਾਇਤ ਕਰਦੇ ਨੇ ਕਿ ਐਮਰਜੈਂਸੀ ਦੇ ਵਿੱਚ ਵੇਟ ਬਹੁਤ ਕਰਨੀ ਪੈ ਰਹੀ ਹੈ ਦੇਖੋ ਸਰੀ ਦੇ ਵਿੱਚ ਜਿਸ ਇਨਸਾਨ ਨੇ ਘਰ ਬਣਾਉਣਾ ਆ 2 ਸਾਲ ਤਾਂ ਲੱਗ ਜਾਂਦੇ ਆ ਪਰਮਿਟ ਵਗੈਰਾ ਲੈਣ ਨੂੰ ਬਹੁਤ ਸਾਰੇ ਦੱਸਦੇ ਆ ਤੇ ਇਹ ਹਸਪਤਾਲ is going to be $1.6 billion. It's going to have a state-of-the-art cancer unit. Concept plan was fast-tracked. The land, we know where it's going to be built. It's there. We can go and see it. Unlike the Liberals who sold it, we've got the land. But it's now gone to procurement. Procurement ਦਾ ਮਤਲਬ ਇਹ ਹੁੰਦਾ ਆ ਵੀ ਹੁਣ contract ਤੇ ਦਿੱਤਾ ਗਿਆ ਐਲਾਨ ਕੀਤਾ ਗਿਆ contract ਦਾ ਹੁਣ ਡਿਫਰੈਂਟ ਕੰਪਨੀਆਂ ਨੇ ਆਪਣੀ ਬਿਡ ਦੇਣੀ ਆ ਵੀ ਅਸੀਂ ਇਸ ਹਸਪਤਾਲ ਕਿੰਨੇ ਦਾ ਬਣਾ ਸਕਦੇ ਹਾਂ ਫਿਰ ਇੱਕ ਕੰਪਨੀ ਨੂੰ ਮਿਲ ਜਾਣੀ ਆ ਕੰਟਰੈਕਟ ਫਿਰ ਉਹਨਾਂ ਨੇ ਕੰਮ ਸ਼ੁਰੂ ਕਰ ਦੇਣਾ ਸਬ ਕੰਟਰੈਕਟਰਸ ਆ ਜਾਣੇ ਆ ਜਿਸ ਤਰੀਕੇ ਦੇ ਨਾਲ ਹੁਣ ਪਟਾਲੋ ਬ੍ਰਿਜ ਸ਼ੁਰੂ ਹੋਈ ਆ ਉਹਦੀ ਪ੍ਰੋਕਿਊਰਮੈਂਟ ਹੋਈ ਨੂੰ ਹੁਣ 3-4 ਮਹੀਨੇ ਹੋ ਗਏ ਆ ਕਾਫੀ ਕੰਮ ਹੋ ਰਿਹਾ ਆ ਜੀ ਸੋ ਇਟਸ ਹੈਪਨਿੰਗ ਦ ਹਸਪੀਟਲ ਇਜ਼ ਗੋਇੰਗ ਟੂ ਬੀ ਬਿਲਟ ਇਟਸ ਅ ਬ੍ਰਾਂਡ ਨਿਊ ਹਸਪੀਟਲ and I'm very, very excited about it. And ਪਹਿਲਾਂ ਬਹੁਤ ਰੁਕਾਵਟਾਂ ਆਈਆਂ ਜਿੱਦਾਂ ਲੈਂਡ ਹੈ ਨਹੀਂ ਸੀ ਬਟ also ਪਹਿਲੀ ਜਿਹੜੀ ਸਰਕਾਰ ਸੀ ਲਿਬਰਲਸ ਨੇ ਉਹਨਾਂ ਤਾਂ ਕੋਈ ਪਲਾਨ ਵੀ ਨਹੀਂ ਸੀ ਬਣਾਇਆ ਸੋ ਇਹ ਪਲਾਨ ਸਰਕਾਰ ਨਹੀਂ ਬਣਾਉਂਦੀ ਇਹ ਫਰੇਜ਼ਰ ਹੈਲਥ ਵਿਦ ਦ ਕਮਿਊਨਿਟੀ ਐਂਡ ਐਕਸਪਰਟਸ ਉਹਨਾਂ ਨੇ ਬਣਾਇਆ ਸੀ ਉਹਨਾਂ ਨੂੰ ਕਿਹਾ ਐਕਸਪੈਡਾਈਟ ਕਰੋ ਉਹਨਾਂ ਨੇ ਐਕਸਪੈਡਾਈਟ ਕਰ ਦਿੱਤਾ So I think the government is moving fast. I wish it was faster always. ਮੈਂ ਵੀ ਸਰੀ ਚ ਰਹਿੰਦੀ ਮੈਨੂੰ ਵੀ ਲੱਗਦਾ ਕਾਲੀ ਸਭ ਕੁਝ ਹੋ ਜਾਵੇ ਪਰ ਜਦੋਂ ਤੁਸੀਂ 1.6 ਬਿਲੀਅਨ ਦੀ ਕੰਟਰੈਕਟ ਦੇਣੀ ਆ ਇਟਸ ਅ ਪਬਲਿਕ ਕੰਟਰੈਕਟ
there's got to be transparency and it's got to be fair. So ਉਹ ਕੰਟਰੈਕਟ ਹੁਣ ਕਿਸੇ ਨੂੰ ਮਿਲ ਜਾਣੀ ਹੈ ਜੀ as soon as they get it ਫਿਰ ਉਹਨਾਂ ਦਾ ਕੰਮ ਹੈਗਾ ਆ ਕੰਮ ਸ਼ੁਰੂ ਕਰੋ ਸਾਰੇ ਡਿਜ਼ਾਈਨਸ ਪਲਾਨਿੰਗ ਐਵਰੀਥਿੰਗ ਇਜ਼ ਫਿਨਿਸ਼ਡ ਬਿਲਕੁਲ ਅਸੀਂ ਜ਼ਰੂਰ ਦੇਖਾਂਗੇ ਕਿ ਕਦੋਂ ਇਹ ਸੈਰੀ ਦਾ ਹਸਪੀਟਲ ਨਵਾਂ ਬਣਦਾ ਹੈ ਤਾਂ ਕਿ ਲੋਕਾਂ ਦੀ ਜਿਹੜੀ ਸ਼ਿਕਾਇਤ ਹੈ ਐਮਰਜੈਂਸੀ ਦੇ ਵਿੱਚ ਵੇਟ ਕਰਨ ਦੀ ਉਹ ਛੇਤੀ ਤੋਂ ਛੇਤੀ ਖਤਮ ਹੋਵੇ ਪਰ ਤੁਸੀਂ ਸਾਡੇ ਤੱਕ ਇਨਫੋਰਮੇਸ਼ਨ ਸਾਰੇ ਹੀ ਇਸ਼ੂਜ਼ ਤੇ ਪਹੁੰਚਾਈ ਤੁਹਾਡਾ ਬਹੁਤ-ਬਹੁਤ ਧੰਨਵਾਦ ਉਮੀਦ ਕਰਦੇ ਹਾਂ ਕਿ ਅਗਲੀ ਵਾਰ ਤੁਹਾਡੇ ਨਾਲ ਫਿਰ ਗੱਲਬਾਤ ਹੋਵੇਗੀ ਤੇ ਵੱਖ-ਵੱਖ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ ਥੈਂਕ ਯੂ ਫॉर ਕਮਿੰਗ ਇਨ ਦ ਸਟੂਡੀਓ ਥੈਂਕ ਯੂ ਸਟੇ ਸੇਫ एवरीवन ਥੈਂਕ ਯੂ ਸੋ ਐਮਐਲਏ ਜਿਨੀ ਸਿਮਸ ਦੇ ਨਾਲ ਗੱਲ ਕੀਤੀ ਵੱਖ-ਵੱਖ ਮੁੱਦਿਆਂ ਦੇ ਉੱਤੇ ਗੱਲਬਾਤ ਹੋਈ ਹੈ ਤੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਇਹਨਾਂ ਨੇ ਦਿੱਤੇ ਹੈ ਕਿ ਕਿਸ ਤਰ੍ਹਾਂ ਸਰਕਾਰ ਕੰਮ ਕਰ ਰਹੀ ਹੈ ਤੇ ਉਮੀਦ ਕਰਦੇ ਆ ਕਿ ਸਰਕਾਰ ਜਿਹੜੀ ਇਸੇ ਤਰ੍ਹਾਂ ਲੋਕਾਂ ਦਾ ਸਾਥ ਦਿੰਦੀ ਰਹੇ ਤੇ ਲੋਕਾਂ ਦੇ ਲਈ ਕੰਮ ਕਰਦੀ ਰਹੇ ਤੁਹਾਡਾ ਕੋਈ ਸਵਾਲ ਹੈ ਤਾਂ ਸਾਨੂੰ ਈਮੇਲ ਕਰਕੇ ਜ਼ਰੂਰ ਪੁੱਛ ਸਕਦੇ ਹੋ ਤੇ ਅਸੀਂ ਇਹਨਾਂ ਤੱਕ ਪਹੁੰਚਾ ਸਕਦੇ ਹਾਂ ਤੇ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ਸਾਂਝਾ ਟੀਵੀ ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ Please subscribe our channel and press the bell icon ताकि कोई भी नवी अपडेट तुझे बिल्कुल भी मिस ना करो।